ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਤਸ਼ਾਹੀ ਦਸਵੀਂ। ਕਬਿਓ ਬਾਚ ਬੇਨਤੀ ਚੌਪਈ। ਕਲਗੀਧਰ ਪਾਤਸ਼ਾਹ ਜੀ ਦੀ ਰਚਿਤ ਬਾਣੀ, ਜਿਹਦੇ ਉੱਤੇ ਕੁਝ ਕੁ ਭੁੱਲੜ ਲੋਕ ਸਿੱਖ ਕੌਮ ਵਿੱਚੋਂ ਕਿੰਤੂ ਪਰੰਤੂ ਕਰਦੇ। ਇਹ ਬਾਣੀ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਦੀ ਨਹੀਂ, ਤੇ ਚਾਹੇ ਜਿੰਨੀ ਮਰਜ਼ੀ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇ। ਆਪਾਂ ਕੱਲ ਵੀ ਵਿਚਾਰ ਕੀਤੀ ਸੀ, ਇਹ ਜਿਹੜਾ ਸਮਾਜ ਹੈ, ਸਾਰੇ ਦਾ ਸਾਰਾ ਸੰਸਾਰ ਹੀ, ਸਾਰੀਆਂ ਕੌਮਾਂ, ਇਹ ਸਾਰੀਆਂ ਪਿਆਰੇ ਆਪ ਮੁਹਾਰੇ ਹੁੰਦੀਆਂ। ਜਿਸ ਤਰ੍ਹਾਂ ਕਹਿੰਦੇ ਵਣ ਦੀ ਲੱਕੜ, ਇਹੋ ਹੀ ਨਿਯਮ ਆਰਮੀ ਵਿੱਚ ਚੱਲਦੇ। ਮਿਲਟਰੀ ਫੋਰਸ ਕੋਈ ਵੀ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਿਲਟਰੀ ਫੋਰਸ ਇਸ ਕਰਕੇ ਸਟਰਾਈਕ ਨਹੀਂ ਕਰ ਸਕਦੀ, ਹੜਤਾਲ ਜਿਹਨੂੰ ਕਹਿੰਦੇ, ਕਿਉਂਕਿ ਉਹਨਾਂ ਦੇ ਮਾਈਂਡ ਇੱਕ ਹੋਣ ਨਹੀਂ ਦਿੱਤੇ ਜਾਂਦੇ ਕਦੀ ਵੀ। ਜੇ ਸਟਰਾਈਕ ਕਰ ਦੇਣ ਇਹ ਫੋਰਸਾਂ, ਤੇ ਸਿਸਟਮ ਜਿਹੜਾ ਸਾਰਾ ਖਲੋ ਜਾਵੇਗਾ ਬੜੀ ਸਖਤੀ ਨਾਲ। ਇਹਨਾਂ ਦੇ ਲੀਡਰ ਹੋਇਆ ਕਰਦੇ, ਤੇ ਲੀਡਰ ਦਾ ਡਰ ਬੜਾ ਹੋਇਆ ਕਰਦਾ ਇਹਨਾਂ ਸਾਰਿਆਂ 'ਚ, ਜਿਹੜੇ ਇਹਨਾਂ ਦੇ ਸੀਨੀਅਰ ਅਫਸਰ ਹੁੰਦੇ। ਸੀਨੀਅਰ ਅਫਸਰਾਂ ਦਾ ਜੂਨੀਅਰ ਅਫਸਰਾਂ ਤੇ ਬੜਾ ਡਰ ਹੁੰਦਾ, ਤੇ ਜਿਸ ਬੰਦੇ ਦਾ ਡਰ ਹੋਵੇ ਜਿਹਦੇ ਥੱਲੇ ਚਲੇ, ਇੱਕ ਬੰਦੇ ਦੀ ਗੱਲ ਬਾਕੀ ਦੇ ਸਾਰੇ ਮੰਨਣ, ਉਹਨੂੰ ਕਹਿੰਦੇ ਜੁਲਦੀ। ਇੱਕ ਹੱਥ ਹੈ, ਇਹ ਹੱਥ ਜਦੋਂ ਇਕੱਠਾ ਹੁੰਦਾ ਬੜੇ ਕੰਮ ਕਰਦਾ। ਗਲਾਸ ਨੂੰ ਫੜਨ ਦਾ ਕੰਮ, ਕਾਰ ਨੂੰ ਚਲਾਉਣ ਦਾ ਕੰਮ, ਜਿੰਨੇ ਵੀ ਆਪਾਂ ਕੰਮ ਵੇਖ ਲਾਂਗੇ, ਜਦੋਂ ਪੰਜੇ ਉਂਗਲਾਂ ਦੀ ਗ੍ਰਿਫਤ ਹੁੰਦੀ ਇਕੱਠੀਆਂ ਹੁੰਦੀਆਂ, ਉਸ ਵਕਤ ਤੇ ਏਕਤਾ ਕੌਮ ਦੀ। ਤੇ ਕੌਮ ਦੀ ਏਕਤਾ ਬਣਦੀ ਕਦੋਂ? ਜਦੋਂ ਇੱਕ ਲੀਡਰ, ਸਿੱਖ ਕੌਮ ਵਿੱਚ ਪ੍ਰੋਬਲਮ ਕੀ ਆ ਗਈ, ਸਾਡੇ ਕੋਲੇ ਕੋਈ ਯੋਗ ਲੀਡਰ ਹੈ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਅਸੀਂ ਮੰਨੇ ਕਦੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਨੂੰ ਤੇ ਅਸੀਂ ਇਸਤੇਮਾਲ ਕੀਤਾ ਸਾਰਿਆਂ ਨੇ, ਸਿੱਖ ਕੌਮ ਵਿੱਚੋਂ ਚਾਹੇ ਕੋਈ ਵੀ ਹੈ, ਇਸਤੇਮਾਲ ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ, ਇਹਦੇ ਮੁਤਾਬਕ ਅਸੀਂ ਜੀਵਨ ਅਪਣਾ ਨਹੀਂ ਰਹੇ। ਕਿਉਂਕਿ ਹੁਣ ਤਲਵਾਰ ਦਾ ਯੁੱਗ ਨਹੀਂ, ਤੇ ਰੌਲਾ ਕੀ ਪੈ ਗਿਆ, ਅਸੀਂ ਅੱਜ ਵੀ ਤਲਵਾਰ ਦਾ ਯੁੱਗ ਸਮਝਦੇ ਹਾਂ। ਸਾਇੰਸ ਤਲਵਾਰ ਦਾ ਯੁੱਗ ਹੈ। ਇਹ ਦੂਰਅੰਦੇਸ਼ ਲੀਡਰ ਹੀ ਜਾਣ ਸਕਦਾ। ਕੋਈ ਵੀ ਜਿਹੜਾ ਲੀਡਰ ਹੈ ਦੂਰਅੰਦੇਸ਼ ਹੋਵੇ, ਉਹ ਕੌਮ ਨੂੰ ਸੇਧ ਦੇ ਸਕਦਾ। ਵੈਸੇ ਹਰ ਕੌਮ ਜਿਹੜੀ ਵੀ, ਜਦੋਂ ਆਪਾਂ ਗਹਿਰਾਈ ਨਾਲ ਸੋਚਾਂਗੇ, ਤੇ ਸਾਰੇ ਲੋਕ ਆਪਣੀ ਆਪਣੀ ਵਿਚਾਰ ਰੱਖਦੇ ਹੁੰਦੇ। ਇਹਨਾਂ ਸਾਰਿਆਂ ਦੀ ਆਪਣੀ ਆਪਣੀ ਵਿਚਾਰ ਨੂੰ ਕੋਈ ਐਸਾ ਬੰਦਾ ਹੋਵੇ ਜਿਹੜਾ ਸੇਧ ਦੇ ਸਕੇ, ਵਾਧੀਆਂ ਘਾਟੀਆਂ ਦੇ ਉੱਤੇ ਵਿਚਾਰਾਂ ਕਰਕੇ, ਕਿੱਥੇ ਸਾਡਾ ਵਾਧਾ ਹੈ ਤੇ ਕਿੱਥੇ ਸਾਡਾ ਘਾਟਾ ਹੈ। ਫਿਰ ਇਹੋ ਜਿਹੇ ਬੰਦੇ ਵਿੱਚ ਪੈਦਾ ਨਹੀਂ ਹੁੰਦੇ ਜਿਹੜੇ ਗੁਰਬਾਣੀ ਦਾ ਵਿਰੋਧ ਕਰਦੇ। ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬਾਣੀ ਨਹੀਂ ਹੈ। ਜਦੋਂ ਸਾਡੇ ਕੋਲ ਇੱਕ ਲੀਡਰ ਨਾ ਹੋਵੇ, ਤੇ ਫਿਰ ਪਾੜ ਜਾਂਦਾ ਸਮਾਜ। ਤੇ ਅੱਜ ਸਾਡਾ ਸਿੱਖ ਸਮਾਜ ਪਾਟਾ ਹੋਇਆ ਹੈ। ਪਤਾ ਹੀ ਨਹੀਂ ਇਹਦੀਆਂ ਕਿੰਨੀਆਂ ਸਖਾਵਾਂ ਵੱਧ ਗਈਆਂ। ਆਪਦੀ ਆਪਦੀ ਮੱਤ ਤੇ ਆਪਦੀ ਆਪਦੀ ਸਮਝ ਦੇ ਮੁਤਾਬਕ ਅਸੀਂ ਸਾਰੀ ਦੀ ਸਾਰੀ ਗੜਬੜ ਕਰੀ ਜਾ ਰਹੇ ਹਾਂ। ਜਿੱਥੇ ਸਾਡਾ ਵੈਸੇ ਸਿਸਟਮ ਜਿਹੜਾ ਹੈ ਉਹ ਹਿੱਲਿਆ ਪਿਆ, ਦੇਸ਼ ਦਾ ਸਿਸਟਮ, ਜਿਸ ਨੇ ਦੇਸ਼ ਨੂੰ ਚਲਾਉਣਾ ਹੁੰਦਾ, ਸਾਰਾ ਹੀ ਕਰਪਟ ਹੋ ਚੁੱਕਾ। ਆਪਾਂ ਜਾਣਦੇ ਹਾਂ, ਸਾਰਾ ਹੀ ਕਰਪਟ। ਕੋਈ ਵਿਰਲਾ ਹੀ ਭਾਵੇਂ ਪੁਰਜਾ ਸਹੀ ਹੋਵੇ, ਬਾਕੀ ਸਭ ਪੁਰਜੇ ਦੇ ਚਾਲੋ ਹਿੱਲੇ ਪਏ। ਇਸੇ ਤਰ੍ਹਾਂ ਹੀ ਜਿੱਥੇ ਬਾਕੀ ਦੇ ਕੌਮਾਂ, ਉੱਥੇ ਸਾਡੀ ਸਿੱਖ ਕੌਮ ਦੀ ਵੀ ਜਿਹੜਾ ਸਿਸਟਮ ਹੈ, ਸਿਸਟਮ ਦਾ ਹਰ ਇੱਕ ਪੁਰਜਾ ਲਿਆ ਪਿਆ। ਅਸੀਂ ਯੋਗ ਲੀਡਰ ਦੀ ਗਵਾਹੀ ਨਹੀਂ ਮੰਨ ਰਹੇ ਗੁਰੂ ਗ੍ਰੰਥ ਸਾਹਿਬ ਜੀ, ਤੇ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮੁਤਾਬਕ ਆਪਣੇ ਜੀਵਨ ਨੂੰ ਅਪਣਾ ਰਹੇ ਹਾਂ, ਜੀਵਨ ਨੂੰ ਚਲਾ ਰਹੇ ਹਾਂ, ਜੀਵਨ ਨੂੰ ਸੇਧ ਦੇ ਰਹੇ ਹਾਂ। ਸੋ ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਗਏ, ਜਦੋਂ ਅਸੀਂ ਗਹਿਰਾਈ ਨਾਲ ਇਹਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ, ਜਦੋਂ ਅਸੀਂ ਗਹਿਰਾਈ ਨਾਲ ਵਿਚਾਰ ਕਰਾਂਗੇ,
ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਡੀ ਸਿੱਖ ਕੌਮ ਯੋਗ ਲੀਡਰ ਕਿਉਂ ਮੰਨ ਗਈ? ਉਹ ਬੜੇ ਦੂਰ ਅੰਦੇਸ਼ ਸਨ, ਬਹੁਤ ਹੀ ਜ਼ਿਆਦਾ ਦੂਰ ਅੰਦੇਸ਼, ਬੜੇ ਜ਼ਿਆਦਾ ਬਹਾਦਰ, ਬੜੇ ਜ਼ਿਆਦਾ ਯੋਧੇ, ਬੜੇ ਵੱਡੇ ਲਿਖਾਰੀ। ਉਹਨਾਂ ਦੇ ਅੰਦਰ ਸਾਰੇ ਗੁਣ ਕੁੱਟ-ਕੁੱਟ ਕੇ ਭਰੇ ਹੋਏ ਸਨ। ਉਹਨਾਂ ਦੇ ਅੰਦਰ ਸਾਰੀਆਂ ਭਾਸ਼ਾਵਾਂ ਦੇ ਲਗਭਗ ਗਿਆਤਾ ਸਨ। ਸਾਰੀਆਂ ਹੀ ਭਾਸ਼ਾਵਾਂ ਦੇ ਟੋਟਲ ਜੋ ਵਰਡ ਵਿੱਚ ਹਨ, ਉਹਨਾਂ ਦੇ ਅੱਗੇ ਕੋਈ ਵੀ ਭਾਸ਼ਾ ਰੱਖ ਦਿੱਤੀ ਜਾਂਦੀ ਤੇ ਮਾਲਕ ਨੂੰ ਯਾਦ ਕਰਕੇ ਉਸ ਭਾਸ਼ਾ ਨੂੰ ਸਹਿਜ ਸੁਭਾਏ ਦੱਸ ਸਕਦੇ ਵੀ ਕਿਹੜੀ ਭਾਸ਼ਾ ਤੇ ਦਾ ਮਤਲਬ ਕੀ ਨਿਕਲਦਾ। ਵਰਲਡ 'ਚ ਕਿਤੇ ਵੀ ਕੋਈ ਵੀ ਭਾਸ਼ਾ, ਅਰਬੀ ਫਾਰਸੀ ਦੇ ਬਾਹਰ ਸਨ, ਬਹੁਤ ਜ਼ਿਆਦਾ ਵਿਦਵਾਨ ਪੜ੍ਹਤ, ਸਾਰੀਆਂ ਭਾਸ਼ਾਵਾਂ ਚੰਗੀ ਤਰ੍ਹਾਂ ਆਉਂਦੀਆਂ ਸਨ। ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਰਚਿਤ ਬਾਣੀ ਹੈ, ਕੋਈ ਕਿੰਤੂ ਪਰੰਤੂ ਨਹੀਂ। ਜਿਹੜੀ ਨਹੀਂ ਸੱਟ ਲੱਗਦੀ ਨਾ ਪੜ੍ਹੋ, ਉਹਨਾਂ ਉੱਤੇ ਕਿੰਤੂ ਪਰੰਤੂ ਨਾ ਕਰੋ। ਹੋ ਸਕਦਾ 1% ਵੀ ਪਤਾ ਨਹੀਂ ਕਿਹੜੀ ਮੌਜ ਵਿੱਚ, ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ, ਸਾਡੇ ਸਤਿਗੁਰੂ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਰਾਜੀ, ਕਦੋਂ ਕੀ ਰਿਤ ਦੇਣਾ। ਜਿਵੇਂ ਬੜਾ ਇਹਦੇ ਤੇ ਵੀ ਵਿਵਾਦ ਚੱਲਦਾ। ਚੰਡੀ ਦੀ ਵਾਰ ਉਹਨਾਂ ਜੋ ਰਚੀ ਤੇ ਪਿਆਰੇ, ਜਦੋਂ ਅਸੀਂ ਅੱਜ ਵੇਖਦੇ ਗੁਰਮਤਿ ਤੇ ਅਸੀਂ ਚੱਲਦੇ ਨਹੀਂ, ਗੁਰਮਤਿ ਉੱਤੇ ਅਸੀਂ ਚੱਲਦੇ ਨਹੀਂ, ਤੇ ਜੋ ਕੋਈ ਸਾਨੂੰ ਖਾਲਸਾ ਰਾਜ ਮਿਲਿਆ ਕਰਵਾਨ ਦੇ ਜ਼ੋਰ ਨਾਲ, ਤਲਵਾਰ ਦੇ ਜ਼ੋਰ ਨਾਲ, ਤੇ ਚੰਡੀ ਦੀ ਵਾਰ ਬਸ ਇੱਕ ਤਾਕਤ ਅੰਦਰ ਪੈਦਾ ਕਰ ਲਈ। ਆਪਾਂ ਕੱਲ ਵੀ ਵਿਚਾਰ ਕੀਤੀ ਸੀ, ਚੰਡੀ ਦੀ ਵਾਰ ਜਦੋਂ ਦੇਵਤੇ ਤੇ ਦੈਂਤ ਇੱਕ ਦੂਜੇ ਨਾਲ ਲੜੇ ਤੇ ਦੇਵਤੇ ਦੈਂਤਾਂ ਕੋਲੋਂ ਹਾਰ ਗਏ, ਰਾਖਸ਼ਾਂ ਕੋਲੋਂ, ਉਹਨਾਂ ਨੇ ਜਾ ਕੇ ਇਸ ਚੰਡੀ ਨੂੰ ਜਗਾਇਆ ਸੀ। ਉਹਦੇ ਵਿੱਚ ਜੋਸ਼ ਲੜਨ ਦਾ, ਜਦੋਂ ਤੁਸੀਂ ਚੰਡੀ ਦੀ ਵਾਰ ਨੂੰ ਪੜ੍ਹ ਕੇ ਵੇਖੋਗੇ, ਉਹਦੇ ਵਿੱਚ ਜ਼ਿਕਰ ਹੀ ਆਉਂਦਾ, ਬੰਦੇ ਦਾ ਅੰਦਰ ਜਸੀਲਾ ਹੋ ਜਾਂਦਾ, ਉਹ ਕੋਈ ਪਾਵਰ ਹੈ, ਕੋਈ ਤਾਕਤ ਹੈ। ਬਸ ਕਲਗੀਧਰ ਪਾਤਸ਼ਾਹ ਜਾਣਦੇ ਸਨ ਚੰਗੀ ਤਰ੍ਹਾਂ। ਅਸੀਂ ਨਾ ਤੇ ਗੁਰਮਤਿ ਨੂੰ ਅਪਣਾ ਹੀ ਸਕੇ, ਨਾ ਤੇ ਅਸੀਂ ਗੁਰਮਤਿ ਨੂੰ ਅਪਣਾ ਸਕੇ, ਤੇ ਗੁਰਮਤਿ ਤੋਂ ਬਾਹਰ ਨਿਕਲ ਕੇ ਜੋ ਕਲਗੀਧਰ ਪਾਤਸ਼ਾਹ ਜੀ ਨੇ ਬਾਣੀ ਰਚਿਤ ਕੀਤੀ ਹੈ, ਤੇ ਨਾ ਅਸੀਂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਨਾਲ ਹੀ ਸਹਿਮਤ ਹੋ ਸਕੇ। ਸਾਡੇ ਦਿਮਾਗ ਦਾ ਇੰਨਾ ਕੁ ਤਵਾਜ਼ਨ ਵਿਗੜ ਚੁੱਕਿਆ, ਸਾਡੇ ਮਾਈਂਡ ਦਾ, ਸਾਡੀ ਸੋਚ ਦਾ ਤਵਾਜ਼ਨ ਇੰਨਾ ਕੁ ਵਿਖਰ ਚੁੱਕਿਆ, ਖਿੰਡ ਚੁੱਕਿਆ। ਅਸੀਂ ਆਪਣੇ ਗੁਰੂ ਦੇ ਬਚਨਾਂ ਉੱਤੇ ਜਿੱਥੇ ਪਹਿਰਾ ਨਹੀਂ ਦੇ ਰਹੇ, ਜਿੱਥੇ ਅਸੀਂ ਆਪਣੇ ਗੁਰੂ ਦੇ ਬਚਨਾਂ ਨੂੰ ਨਹੀਂ ਮੰਨ ਰਹੇ, ਜਿਹਨੂੰ ਕਹਿੰਦੇ ਗੁਰਮਤਿ, ਗੁਰਬਾਣੀ ਜੋ ਕੁਝ ਕਹਿੰਦੀ, ਇਸ ਮੱਤ ਦੇ ਮੁਤਾਬਕ ਚੱਲਣਾ ਨਹੀਂ ਕਰ ਰਹੇ ਸਾਰੀ ਸਿੱਖ ਕੌਮ। ਕੋਈ ਵਿਰਲਾ ਹੀ ਹੈ, ਨਮਸਕਾਰ ਉਸ ਨੂੰ ਜਿੱਥੇ ਵੀ ਬੈਠਾ, ਜਿਵੇਂ ਵੀ ਉਹ ਹੈ, ਜਿਹੜਾ ਗੁਰਮਤਿ ਦੇ ਅਨੁਸਾਰ ਚੱਲ ਰਿਹਾ, ਉਹਨੂੰ ਕਰੋੜਾਂ ਅਰਬਾਂ ਵਾਰ ਨਮਸਕਾਰ। ਗੁਰਮਤਿ ਦੇ ਮੁਤਾਬਕ ਚੱਲਣਾ ਬੜਾ ਔਖਾ, ਤੈ ਕੁਛ ਵੀ ਨਹੀਂ, ਬਸ ਮਾਲਕ ਦੀ ਯਾਦ ਵਿੱਚ ਜੁੜਨਾ। ਪਰ ਸਾਡੇ ਅੰਦਰ ਇੱਕ ਖੇਡ ਹੁੰਦੀ ਪਿਆਰਿਓ, ਹਮੇਸ਼ਾ ਹੀ ਚੱਲਦੀ ਰਹਿੰਦੀ, ਸਭ ਦੇ ਅੰਦਰ। ਚੈੱਕ ਕਰ ਲੈਣਾ ਕਦੀ ਵੀ ਆਪਣੇ ਆਪ ਨੂੰ, ਸਾਡਾ ਅੰਦਰ ਹਮੇਸ਼ਾ ਹੀ ਤਰੱਕੀ ਵਾਲੇ ਪਾਸੇ ਨੂੰ ਤੁਰਦਾ, ਕੁਛ ਨਾ ਕੁਛ ਚਾਹੁੰਦਾ ਹੈ, ਮੈਨੂੰ ਕੁਛ ਮਿਲੇ, ਮੈਂ ਕੁਛ ਪ੍ਰਾਪਤ ਕਰਾਂ। ਤੇ ਫਿਰ ਦੂਸਰੀ ਗੱਲ ਇਹ ਹੁੰਦਾ, ਜੇ ਕੋਈ ਪੜਾਕਾ ਹੈ ਤੇ ਜੇ ਕੋਈ ਕਿਤਾਬ ਨਾ ਪੜ੍ਹੇ, ਉਹਨੂੰ ਇੰਝ ਹੁੰਦਾ ਕਿ ਮੈਂ ਪੜ੍ਹਿਆ ਨਹੀਂ। ਜੇ ਕੋਈ ਬਿਜ਼ਨਸਮੈਨ ਹੈ, ਦੁਕਾਨਦਾਰ, ਉਹ ਦੁਕਾਨ ਤੇ ਨਹੀਂ ਬੈਠਾ, ਕੋਈ ਚਾਰ ਗਾਹਕ ਨਹੀਂ ਆਏ, ਪੈਸੇ ਜੇਬ ਵਿੱਚ ਵੜੇ ਨਹੀਂ, ਤੁਸੀਂ ਉਹਦੇ ਅੰਦਰ ਵੜ ਕੇ ਨਹੀਂ ਵੇਖ ਸਕਦੇ। ਜਿਸ ਦਿਨ ਦੁਕਾਨਦਾਰ ਕੋਲੇ ਗਾਹਕ ਨਾ ਆਉਣ ਤੇ ਗੁਆਂਢੀ ਕੋਲੇ ਜਿਹੜੇ ਗਾਹਕ ਚਲੇ ਜਾਣ, ਤੇ ਜਿਹੜਾ ਦੁਕਾਨਦਾਰ ਵਿਹਲਾ ਬੈਠਾ ਹੁੰਦਾ, ਤੁਸੀਂ ਉਹਦੇ ਅੰਦਰ ਵੜ ਕੇ ਨਹੀਂ ਵੇਖ ਸਕਦੇ ਉਹਦੇ ਅੰਦਰ ਕੀ ਚੱਲ ਰਿਹਾ ਹੁੰਦਾ। ਕਿਉਂਕਿ ਅਸੀਂ ਜਿਸ ਸਿਸਟਮ ਦੇ ਆਦੀ ਹਾਂ, ਜਿਹਦਾ ਹਿੱਸਾ ਹਾਂ ਅਸੀਂ, ਜੋ ਸਾਡੀ ਸੋਚ ਹੈ, ਜੋ ਸਾਡੀ ਵਿਚਾਰ ਹੈ, ਜੋ ਸਾਡੀ ਅੰਦਰ ਦੀ ਅਵਸਥਾ ਹੈ, ਇਹਨੂੰ ਕਿਸ ਨੇ ਚੇਂਜ ਕਰਨਾ? ਗੁਰਬਾਣੀ ਨੇ। ਜੇ ਅਸੀਂ ਗੁਰਮਤਿ ਦੇ ਮੁਤਾਬਕ ਚੱਲ ਪਈਏ, ਫਿਰ ਇਹ ਵਾਲਾ ਜਲਜਲਾ ਸਾਡੇ ਅੰਦਰ ਆਉਂਦਾ ਨਹੀਂ। ਜਲਜਲਾ ਇਹ ਵਾਲਾ, ਜਿਸ ਜਲਜਲੇ ਦੇ ਵਿੱਚ ਅਸੀਂ ਸਾਰਾ ਦਿਨ ਹੀ ਰੱਬ ਨਾਲ ਵੀ ਸ਼ਿਕਵੇ ਸ਼ਿਕਾਇਤ, ਤੇ ਅੰਦਰੋਂ ਅੰਦਰ ਇੱਕ ਅਜੀਬ ਤਰ੍ਹਾਂ ਦੀ ਜਲਨ, ਅਜੀਬ ਤਰ੍ਹਾਂ ਦੀ ਇੱਕ ਖਿੱਚੋਤਾਣ, ਅਜੀਬ ਤਰ੍ਹਾਂ ਦਾ ਇੱਕ ਤੂਫਾਨ ਅੰਦਰ ਚੱਲਦਾ। ਜਿਹੜੇ ਬੰਦਿਆਂ ਦੇ ਕੰਮ ਚੱਲਦੇ ਤੇ ਕੰਮੇ ਲੱਗੇ ਰਹਿੰਦੇ, ਉਹਨਾਂ ਦਾ ਦਿਮਾਗ ਉਸ ਪਾਸੇ ਲੱਗਾ ਰਹਿੰਦਾ, ਤੇ ਉਹਨਾਂ ਬੰਦਿਆਂ ਕੋਲੋਂ ਕਦੀ ਉਹ ਕੰਮ ਤੁਸੀਂ ਬੰਦ ਕਰਾ ਕੇ ਤੇ ਉਹਨੂੰ ਕਹਿਣਾ ਵੀ ਇੱਥੇ ਵਿਹਲੇ ਬੈਠਣਾ, ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਜੇ ਉਹ ਬਹਿ ਕੇ ਵਿਖਾ ਦੇ ਤਾਂ ਕਹਿ ਦਿਓ। ਕਦੀ ਵੀ ਤਜਰਬਾ ਕਰਕੇ ਵੇਖ ਲੈਣਾ ਕਿ ਅੱਜ ਤੂੰ ਕੰਮ ਨਹੀਂ ਕਰਨਾ, ਅੱਜ ਸਾਰਾ ਦਿਨ ਤੂੰ ਇੰਝ ਹੀ ਬੈਠਣਾ ਵਿਹਲੇ, ਤੇ ਉਹਦਾ ਟਾਈਮ ਪਾਸ ਨਹੀਂ ਹੋਗਾ, ਨਿਕਲੇਗਾ ਹੀ ਨਹੀਂ ਰਹਿਣਾ, ਕਦੀ ਵੀ ਨਹੀਂ ਨਿਕਲੇਗਾ। ਸਾਡਾ ਮਾਈਂਡ ਇੰਨਾ ਚਿਰ ਕੰਮ ਕਿਉਂ ਕਰ ਜਾਂਦਾ? ਕੁਦਰਤ ਨੇ ਬਣਾਈ ਹੋਈ ਖੇਡ।
ਜਦੋਂ ਅਸੀਂ ਕੰਮ ਕਰਦੇ ਰਹਾਂਗੇ ਸਾਡੇ ਅੰਦਰ ਇੱਕ ਸਿਸਟਮ ਹੈ ਜਿਹੜਾ ਚੱਲਦਾ। ਜਿਹੜੇ ਵਿਦੇਸ਼ਾਂ ਵਿੱਚ ਜਾਂਦੇ ਸਾਡੇ ਬੱਚੇ ਜਾਂ ਕੋਈ ਵੱਡੇ ਵੀ ਜਾਂਦੇ ਉਹਨਾਂ ਨੂੰ ਪਤਾ, ਵਿਦੇਸ਼ਾਂ ਵਿੱਚ ਜਾ ਕੇ ਸਰੀਰ ਇੰਜ ਨਹੀਂ ਸਾਡੇ ਥੱਕਦੇ ਨਹੀਂ। ਫਿਰ ਮਾਰਨਗੇ ਵੱਡੀਆਂ ਵੱਡੀਆਂ ਗੱਲਾਂ, ਅਸੀਂ ਖੁਰਾਕਾਂ ਬੜੀਆਂ ਵਧੀਆ ਖਾਂਦੇ ਤੇ ਜਿਹੜਾ ਅਸੀਂ ਕੰਮ ਦਾ ਲੈਵਲ ਉਹ ਵਧਾਇਆ ਹੋਇਆ। ਅਸੀਂ 12-12 ਘੰਟੇ ਕੰਮ ਕਰਨ ਵਾਲੇ ਬੰਦੇ ਹਾਂ। 12 ਘੰਟੇ ਕਦੀ ਕੋਈ ਬੰਦੇ ਤੋਂ ਨਹੀਂ ਮਿਲਣਗੇ 14, 15, 16, 17, 18 ਘੰਟੇ ਵੀ ਕਰ ਜਾਂਦੇ। ਕਈ ਇੱਕ ਵਾਰੀ ਕੋਈ ਕੰਮ ਆਵੇ ਤੇ 24 ਘੰਟੇ ਲਗਾਤਾਰ ਕਰ ਜਾਂਦੇ। ਜਿਸ ਤਰ੍ਹਾਂ ਕੋਈ ਗੱਡੀ ਲੋਡ ਕਰਨੀ, ਉੱਥੋਂ ਦੇ ਠੇਕੇਦਾਰਾਂ ਦਾ ਕੰਮ, ਉਹ ਇੱਕ ਵਾਰੀ ਕੰਮ ਮਿਲ ਗਿਆ ਤੇ ਮੁਕਾ ਕੇ ਸਾਹ ਲੈਣਾ। ਉਹ ਕੰਮ ਕੌਣ ਕਰਦਾ ਅੰਦਰ? ਕੰਮ ਅੰਦਰ ਕੌਣ ਕਰਦਾ? ਕੰਮ ਕਰਦਾ ਪਿਆਰਿਓ ਤੁਹਾਡੇ ਅੰਦਰ ਦਾ ਉਹ ਜਜ਼ਬਾ ਜਿਹਦੇ ਵਿੱਚ ਰੁਪਈਏ ਵੜ ਰਿਹਾ ਹੈ। ਰੁਪਈਏ ਨੋਟ ਕਰ ਲੈਣਾ। ਉਹ ਹੀ ਕੰਮ ਕਰਦਿਆਂ ਨੂੰ ਠੇਕੇਦਾਰ ਆ ਕੇ ਆਖ ਦੇਵੇ ਵੀ ਜਵਾਨੋ ਕੰਮ ਕਰਨਾ ਤੇ ਕਰੋ, ਨਹੀਂ ਕਰਨਾ ਤੇ ਨਾ ਕਰੋ, ਇਹਦੇ ਤੁਹਾਨੂੰ ਪੈਸੇ ਨਹੀਂ ਮਿਲਣੇ। ਜਿੱਥੇ ਕੰਮ ਹੋਵੇਗਾ ਉੱਥੇ ਹੀ ਰੋਕ ਦੇਣਗੇ। ਉਸੇ ਵੇਲੇ ਹੀ ਜੇ ਪੈਸੇ ਘੱਟ ਵੀ ਕਰੇਗਾ ਆ ਕੇ ਤਾਂ ਵੀ ਤੁਹਾਡਾ ਕੰਮ ਕਰਨ ਨੂੰ ਦਿਲ ਨਹੀਂ ਕਰੇਗਾ। ਤੇ ਤੁਹਾਡਾ ਅੰਦਰ ਕੌਣ ਕਰਾਉਂਦਾ ਏ? ਜਜ਼ਬਾ ਅੰਦਰ ਦਾ। ਜਿੱਥੇ ਰੁਪਈਏ ਵੜਦੇ ਹੁੰਦੇ, ਦੁਕਾਨਦਾਰ ਕਿਉਂ ਬਹਿੰਦਾ? ਉਹਦੇ ਅੰਦਰ ਜਜ਼ਬਾ ਹੈ, ਉਹਦੇ ਘਰ ਰੁਪਈਏ ਵੜਦੇ ਹੁੰਦੇ। ਸਮਾਧੀ 'ਚ ਬੈਠਾ ਇੰਨਾ ਲੰਮਾ ਸਮਾਧੀ ਵਿੱਚ ਕਿਵੇਂ ਬੈਠ ਲੈਂਦਾ? ਉਹਨੂੰ ਪਤਾ ਹੁੰਦਾ ਮੇਰੇ ਕੋਲ ਰਹਿਦੀਆਂ ਤੇ ਸਿੱਧੀਆਂ ਪਾਵਰਾਂ ਤੇ ਤਾਕਤਾਂ ਜਿਹੜੀਆਂ ਆਨੰਦ ਦਿੰਦੀਆਂ ਉਹ ਮੇਰੇ ਕੋਲ ਆ ਰਹੀਆਂ ਤੇ ਇਹਨੂੰ ਆਪਾਂ ਲੱਭਣ ਵਾਸਤੇ ਲਾਲਚ। ਗੁਰਮਤਿ ਨੂੰ ਜਿਵੇਂ ਜਿਵੇਂ ਤੁਸੀਂ ਖੋਜੋਗੇ, ਜਿਵੇਂ ਜਿਵੇਂ ਗੁਰਮਤਿ ਦੀ ਗਹਿਰਾਈ ਵਿੱਚ ਜਾਓਗੇ, ਇਹ ਤੇ ਕੋਈ ਲਾਲਚ ਨਹੀਂ। ਲਾਲਚ ਸੁੱਟ ਵੱਧੇ ਹੋ ਤੇ ਲਾਲਚ ਦੁੱਖ ਭਾਰੀ। ਗੁਰਬਾਣੀ ਨੇ ਇੱਕ ਕਦਮ ਸਾਨੂੰ ਪੁੱਟਣ ਦੀ ਜਾਚ ਦੱਸੀ। ਇਸ ਕਰਕੇ ਜੇਕਰ ਅਸੀਂ ਗੁਰਮਤਿ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਆਗੂ ਮੰਨ ਲਈਏ, ਅੱਜ ਤਲਵਾਰ ਦਾ ਯੁੱਗ ਨਹੀਂ। ਸਿੱਖ ਸਾਰੇ ਸੰਸਾਰ ਵਿੱਚ ਬਹੁਤ ਜ਼ਿਆਦਾ ਤਰੱਕੀ ਕਰ ਸਕਦਾ, ਬਹੁਤ ਜ਼ਿਆਦਾ। ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਆਗੂ ਮੰਨ ਲਈਏ ਤੇ ਆਪਣੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਮੁਤਾਬਕ ਢਾਲ ਲਈਏ, ਬਿਲਕੁਲ ਹੀ ਸੌਖਾ, ਬਿਲਕੁਲ ਹੀ ਸੌਖਾ। ਕਰਨਾ ਹੀ ਕੁਛ ਨਹੀਂ, ਕੁਛ ਵੀ ਨਹੀਂ ਕਰਨਾ। ਸਿੱਖ ਕੌਮ ਵਿੱਚ ਗੁਰਮਤਿ ਵਿੱਚ ਗੁਰੂ ਦੀ ਸਮਝ ਦੇ ਮੁਤਾਬਕ, ਗੁਰੂ ਦੀ ਛਤਰ ਰਚਾਇਆ ਹੇਠ, ਗੁਰੂ ਦੇ ਗਿਆਨ ਮੁਤਾਬਕ ਕੁਛ ਵੀ ਨਹੀਂ ਕਰਨਾ ਤੇ ਤੁਹਾਨੂੰ ਕੁਛ ਵੀ ਨਹੀਂ ਹੁੰਦਾ ਮੁੜ ਕੇ ਮਿਲਣਗੇ। ਤੁਸੀਂ ਵਿਦੇਸ਼ਾਂ ਵਿੱਚ ਜਾਓਗੇ, ਜਦੋਂ ਇਹੋ ਹੀ ਸਾਡੇ ਬੱਚੇ ਜਿਹੜੇ ਪੋਥੀਆਂ ਪੜ੍ਹਨ ਤੋਂ ਰਹਿ ਨਹੀਂ ਸਕਦੇ ਆਂਦੇ ਨਾ, ਧਰਮ ਹੀ ਇਹੋ ਹੈ। ਜਦੋਂ ਉੱਥੇ ਜਾਓਗੇ ਪੈਸੇ ਦੀ ਝਲਕ ਇਹੋ ਜਿਹੀ ਹੁੰਦੀ, ਪੈਸੇ ਦੀ ਲਿਸ਼ਕੀ ਆਸੀ ਹੁੰਦੀ। ਇੱਥੇ ਕਿਉਂ ਹੁੰਦਾ? ਜਾਂ ਤੇ ਵਿਹਲੇ ਹੁੰਦੇ ਆਪਾਂ, ਤਾਂ ਕਰਕੇ ਟਾਈਮ ਲਾ ਲਈਦਾ ਵਿਹਲੇ। ਜਾਂ ਸਾਡੀ ਕੋਈ ਸੁੱਖਣਾ ਹੁੰਦੀ ਵੀ ਬਾਬਾ ਇੰਨੇ ਪਾਠ ਅਸੀਂ ਕਰਦੇ ਤੇ ਤੂੰ ਸਾਡਾ ਕੰਮ ਕਰ ਲੈ। ਵੈਸੇ ਸਾਡਾ ਧਰਮ ਨਾਲ ਕੋਈ ਪਿਆਰ ਨਹੀਂ। ਜੇ ਸਾਡਾ ਧਰਮ ਨਾਲ ਪਿਆਰ ਹੋਵੇ ਤੇ ਪਹਿਲਾਂ ਇਸ ਗੁਰਬਾਣੀ ਨੂੰ ਸਮਝੀਏ, ਇਹਦੀ ਗਹਿਰਾਈ ਵਿੱਚ ਜਾਈਏ, ਦੂਜੇ ਤੌਰ ਤੋਂ ਇਹਦੇ ਕੋਲੋਂ ਗਿਆਨ ਲਈਏ। ਤੂੰ ਸਾਡਾ ਪਿਓ ਹੈ, ਤੂੰ ਸਾਡਾ ਰਹਿਬਰ ਹੈ, ਤੂੰ ਸਾਡਾ ਆਗੂ ਹੈ। ਤੇ ਜਿਸ ਤਰ੍ਹਾਂ ਸਾਡਾ ਆਗੂ ਕਹੇਗਾ, ਜਿਸ ਤਰ੍ਹਾਂ ਸਾਡਾ ਆਗੂ ਕਹੇਗਾ, ਸਾਡਾ ਜਿਸ ਤਰ੍ਹਾਂ ਰਹਿਬਰ ਕਹੇਗਾ, ਜਿਸ ਤਰ੍ਹਾਂ ਸਾਡਾ ਗੁਰੂ ਕਹੇਗਾ, ਅਸੀਂ ਉਸ ਗੁਰੂ ਦੇ ਦੱਸੇ ਮੁਤਾਬਕ, ਉਸ ਰਹਿਬਰ ਦੇ ਦੱਸੇ ਮੁਤਾਬਕ, ਅਸੀਂ ਆਪਣੇ ਲੀਡਰ ਦੇ ਦੱਸੇ ਮੁਤਾਬਕ ਜੀਵਨ ਨੂੰ ਜਿਉਵਾਂਗੇ। ਅਸੀਂ ਆਪਣਾ ਜੀਵਨ ਕਿੱਦਾਂ ਜਿਉਵਾਂਗੇ? ਜਿਵੇਂ ਸਾਡਾ ਗੁਰੂ ਸਾਨੂੰ ਸਿੱਖਿਆ ਦੇਵੇਗਾ, ਜਿਵੇਂ ਸਾਡਾ ਲੀਡਰ ਸਾਨੂੰ ਕਹੇਗਾ। ਲੀਡਰ ਯਾਰ ਲੀਡਰ ਤੋਰਦੇ ਹੁੰਦੇ। ਲੀਡਰ ਜਿਸ ਕੌਮ ਕੋਲੇ ਲੀਡਰ ਨਹੀਂ, ਜਿਸ ਫੌਜ ਕੋਲੇ ਲੀਡਰ ਨਹੀਂ, ਤੇ ਫੌਜਾਂ ਅੱਜ ਤੱਕ ਆਪਾਂ ਇਤਿਹਾਸ ਹੈ ਉਹ ਜਿੱਤਦੀਆਂ ਜਿਨ੍ਹਾਂ ਦੇ ਲੀਡਰ ਬੜੇ ਬਹਾਦਰ ਯੋਧੇ ਹੋਏ। ਲੀਡਰ ਜਿਹੜੇ ਲੀਡਰਾਂ ਨੇ ਦੂਰਅੰਦੇਸ਼ੀ ਵਰਤੀ, ਲੀਡਰ ਆਗੂ, ਉਹਨਾਂ ਆਗੂਆਂ ਨੇ ਹੀ ਜਿੱਤਾਂ ਦਵਾਈਆਂ। ਜੇ ਆਗੂ ਨਾ ਹੋਵੇ, ਕੋਈ ਲੱਤ ਇਹਨੂੰ ਖਿੱਚੇ ਤੇ ਕੋਈ ਇਹਨੂੰ ਖਿੱਚੇ, ਜਿਹੜਾ ਸੀਨੀਅਰ ਲੀਡਰ ਹੁੰਦਾ ਉਹਨੇ ਥੱਲੇ ਵਾਲਿਆਂ ਨੂੰ, ਕੁਝ ਬੰਦੇ 5 ਜਾਂ 10 ਅਫਸਰ ਜਿਹੜੇ ਉਹ ਭਰਤੀ ਕੀਤੇ ਹੁੰਦੇ ਸਰਕਾਰ ਨੇ, ਉਹ ਉਹਨਾਂ ਨੂੰ ਆਰਡਰ ਸੁਣਾਉਂਦਾ। ਉਹ ਅੱਗੇ ਥੱਲੇ ਹਰ ਇੱਕ ਬੰਦੇ ਦੇ ਥੱਲੇ ਕਿਸੇ ਕੋਲੇ 100, ਕਿਸੇ ਕੋਲੇ 200, ਕਿਸੇ ਕੋਲੇ 500 ਬੰਦੇ ਹੁੰਦੇ। ਉਹਨਾਂ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਅਸੀਂ ਲੀਡਰ ਮੰਨ ਲਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮੁਤਾਬਕ ਜੀਵਨ ਸਾਡਾ ਬੜੇ ਆਰਾਮ ਨਾਲ, ਕੋਈ ਕਿਸੇ ਤਰ੍ਹਾਂ ਦੀ ਵੀ ਇਹਦੇ ਵਿੱਚ ਭੋਰਾ ਜਿੰਨੀ ਉਲਝਣ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਜਦੋਂ ਸਾਡੇ ਅੰਦਰ ਵੜੇਗਾ, ਕੋਈ ਭੋਰਾ ਜਿੰਨੀ ਵੀ ਸ਼ੱਕ ਦੀ ਕੋਈ ਗੁੰਜਾਇਸ਼ ਰਹਿ ਨਹੀਂ ਜਾਂਦੀ। ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਸ਼ੱਕ ਦੀ ਗੁੰਜਾਇਸ਼ ਰਹਿਣ ਦੇਵੇ ਤੇ ਫਿਰ ਗੁਰਬਾਣੀ ਕਾਹਦੀ ਹੋਈ? ਅਸੀਂ ਤੇ ਆਗੂ ਮਨੇ ਕਦੀ, ਅਸੀਂ ਅਗਵਾਈ ਨਹੀਂ ਲਈ ਗੁਰੂ ਗ੍ਰੰਥ ਸਾਹਿਬ ਦੀ ਕਦੀ।
ਅਸੀਂ ਆਪਣੇ ਮਨ ਨੂੰ ਬਿਲਕੁਲ ਢਾਲ ਕੇ ਅਸੀਂ ਆਪਣੇ ਮਨ ਨੂੰ, ਆਪਣੀ ਸੋਚ ਨੂੰ, ਆਪਣੇ ਵਿਚਾਰ ਨੂੰ, ਆਪਣੀ ਬੁੱਧੀ ਨੂੰ, ਆਪਣੀ ਅਕਲ ਨੂੰ ਢਾਲ ਕੇ ਤੇ ਢਾਕੇ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਵਿੱਚ ਨਹੀਂ ਪਾਇਆ ਤੇ ਢਾਲਿਆ ਨਹੀਂ। ਧਿਆਨ ਨਾਲ ਸੁਣ ਲੈਣਾ ਜੀ। ਅਸੀਂ ਆਪਣੀ ਸੋਚ ਨੂੰ, ਆਪਣੇ ਵਿਚਾਰ ਨੂੰ, ਆਪਣੀ ਬੁੱਧੀ ਨੂੰ, ਆਪਣੀ ਅਕਲ ਨੂੰ ਢਾਲ ਕੇ ਤੇ ਸਤਿਗੁਰੂ ਜੀ ਦੇ ਸੱਚੇ ਵਿੱਚ ਪਾ ਕੇ, ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ, ਅਸੀਂ ਇਹਨੂੰ ਦਿੱਖ ਸਤਿਗੁਰੂ ਜੀ ਦੇ ਸੱਚੇ ਦੀ ਨਹੀਂ ਦਿੱਤੀ। ਅਸੀਂ ਆਪਣੇ ਆਪਣੇ ਮਨ ਦੀਆਂ ਮਤਾਂ ਵਰਤ ਰਹੇ ਹਾਂ, ਇਸਤੇਮਾਲ ਕਰ ਰਹੇ ਹਾਂ। ਅਸੀਂ ਆਪਣੇ ਆਪਣੇ ਬਾਬਿਆਂ ਦੇ ਦਿੱਤੇ ਹੋਏ ਗਿਆਨ ਨੂੰ ਬੜੇ ਠੋਕਵੇਂ ਦਾਅਵੇ ਨਾਲ ਉੱਚੀ ਆਵਾਜ਼ ਵਿੱਚ ਬੁਲੰਦ ਕਰਕੇ ਕਹਿੰਦੇ ਹੁੰਦੇ ਇਹ ਗੁਰਮਤ ਹੈ, ਜਾਂ ਇਸ ਤਰ੍ਹਾਂ ਕਰਨਾ ਚਾਹੀਦਾ, ਜਾਂ ਅਸੀਂ ਧਾਰਮਿਕ ਹਾਂ, ਇੰਝ ਕਰਕੇ। ਪਰ ਅਸਲ ਦੇ ਵਿੱਚ ਅਸੀਂ ਧਾਰਮਿਕ ਕਦੋਂ ਬਣਾਂਗੇ? ਜਿਵੇਂ ਸਾਡੇ ਸਤਿਗੁਰੂ ਜੀ ਕਹਿਣਗੇ ਕਿ ਅਸੀਂ ਅੱਖਾਂ ਮੀਟ ਕੇ ਮੰਨ ਲਵਾਂਗੇ। ਅੱਖਾਂ ਮੀਟ ਕੇ ਸਾਨੂੰ ਗੁਜਾਇਸ਼ ਦੀ ਕਿਤੇ ਭੋਰਾ ਜਿੰਨੀ ਵੀ ਕਿਤੇ ਸਾਨੂੰ ਇਹਦੇ ਉੱਤੇ ਸ਼ੱਕ ਕਰਨ ਦੀ ਭੋਰਾ ਜਿੰਨੀ ਵੀ ਗੁਜਾਇਸ਼ ਜਿੱਦਣ ਬਾਕੀ ਨਹੀਂ ਰਹੇਗੀ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਉੱਤੇ ਸ਼ੱਕ ਕਰਨ ਦੀ ਭੋਰਾ ਜਿੰਨੀ ਵੀ ਗੁਜਾਇਸ਼ ਨਹੀਂ ਬਾਕੀ ਰਹੇਗੀ। ਅੱਜ ਤਲਵਾਰ ਦਾ ਯੁੱਗ ਨਹੀਂ ਪਿਆਰਿਓ, ਬਾਰ ਇੱਕੋ ਗੱਲ ਕਵਾਂਗੇ, ਤਲਵਾਰ ਦਾ ਯੁੱਗ ਨਹੀਂ। ਤੇ ਤਲਵਾਰ ਰੱਖ ਨਹੀਂ ਦੇਣੀ ਕਿਤੇ ਵੀ, ਕਦੀ ਲੋੜ ਪੈਂਦੀ ਤੇ ਉੱਥੇ ਤਲਵਾਰ ਹੈ ਨਹੀਂ ਵੀ ਕਿਰਪਾਨ ਨੂੰ ਤਲਵਾਰ ਕਹਿੰਦੇ। ਯਾਦ ਰੱਖ ਲੈਣਾ, ਤਲਵਾਰ ਕਿਹਨੂੰ ਕਹਿੰਦੇ? ਸਮਾਂ ਬਦਲਦਾ ਜਾਂਦਾ, ਕਿਸੇ ਦੀ ਆਵਾਜ਼ ਵੀ ਤਲਵਾਰ ਹੈ। ਕਿਸੇ ਦੀ ਆਵਾਜ਼, ਕਿਸੇ ਦੀ ਧੀ ਭੈਣ ਨਾਲ ਕੋਈ ਜ਼ੁਲਮ ਹੋ ਰਿਹਾ, ਤੁਸੀਂ ਡਰਾਮਾ ਬਣ ਕੇ ਵੇਖ ਰਹੇ ਹੋ, ਕਿਸੇ ਗਰੀਬ ਨਾਲ ਜ਼ੁਲਮ ਹੋ ਰਿਹਾ, ਕੋਈ ਤਗੜਾ ਬੰਦਾ ਉਹਨੂੰ ਕੋਈ ਕੁੱਟ ਰਿਹਾ ਜਾਂ ਮਾਰ ਰਿਹਾ, ਕਿਤੇ ਵੀ ਤੁਹਾਡੇ ਚੌਂਕ ਵਿੱਚ ਤੁਹਾਨੂੰ ਮਿਲ ਜਾਂਦਾ ਹੈ। ਤੁਸੀਂ ਆਵਾਜ਼ ਬੁਲੰਦ ਨਹੀਂ ਕਰਦੇ, ਇਹਦਾ ਮਤਲਬ ਤਲਵਾਰ ਤੁਸੀਂ ਮਿਆਨ ਵਿੱਚ ਰੱਖੀ ਹੋਈ। ਉਸ ਤਰ੍ਹਾਂ ਭਾਵੇਂ ਤੁਹਾਡੇ ਕੋਲੇ 3 ਫੁੱਟੀ ਪਾਈ ਹੋਈ ਹੈ, ਉਹ ਤਲਵਾਰ ਕੱਢਣ ਦਾ ਮਤਲਬ ਕੀ? ਹਾਂ ਦਾ ਨਾਰਾ ਮਾਰਨਾ, ਦੂਸਰੇ ਬੰਦਿਆਂ ਨੂੰ ਆਖਣਾ ਇਹਦੇ ਤੇ ਜ਼ੁਲਮ ਕਿਉਂ ਰਿਹਾ, ਉੱਠੋ। ਇੱਕ ਜਣਾ ਖਲੋਵੇਗਾ ਵੇਖ ਕੇ 2 ਜਣੇ ਖਲੋਣਗੇ ਤੇ ਚੋਰ ਹੁੰਦਾ, ਉਹ ਤੇ ਡਰਿਆ ਪਿਆ ਹੁੰਦਾ। ਸੋ ਤਲਵਾਰ ਦਾ ਮਤਲਬ ਕੀ ਹੈ? ਅੱਜ ਕਿਤੇ ਕਿਸੇ ਨਾਲ ਜ਼ੁਲਮ ਹੁੰਦਾ ਤੇ ਉਹਦੇ ਨਾਲ ਖਲੋ ਜਾਣਾ, ਆਵਾਜ਼ ਬੁਲੰਦ ਕਰਕੇ। ਜੇ ਤੁਸੀਂ ਆਖੋ ਵੀ ਤਲਵਾਰ ਉਤਰਾਂ ਫੜ ਕੇ ਅਸੀਂ ਸਰਕਾਰ ਨੂੰ ਜਿੱਤ ਜਾਵਾਂਗੇ, ਜਾਂ ਕੋਈ ਅੱਜ ਤੁਸੀਂ ਗੱਲ ਬਣਾ ਲਵਾਂਗੇ ਜ਼ੋਰ ਨਾਲ, ਤੇ ਇਸ ਤਰ੍ਹਾਂ ਕਾਨੂੰਨ ਨਹੀਂ ਚੱਲਦਾ ਹੁੰਦਾ। ਕਾਨੂੰਨ ਦੀ ਤਾਕਤ ਸਭ ਨੂੰ ਵੱਡੀ ਤਾਕਤ ਹੋਇਆ ਕਰਦੀ। ਕਾਨੂੰਨ ਸਭ ਤੋਂ ਉੱਤੇ ਹੋਇਆ ਕਰਦਾ ਕਿਸੇ ਵੀ ਦੇਸ਼ ਵਿੱਚ। ਇਹ ਮੇਰੀਆਂ ਗੱਲਾਂ ਖਾਲਿਸਤਾਨੀਆਂ ਨਾਲ ਆਮ ਗੱਲਾਂ ਚੱਲਦੀਆਂ ਰਹਿੰਦੀਆਂ। ਤੁਸੀਂ ਚਾਹੁੰਦੇ ਹੋ ਅਸੀਂ ਜਿਹੜਾ ਕਾਨੂੰਨ ਹੈ ਉਹ ਆਪਦੇ ਹਿਸਾਬ ਨਾਲ ਬਣਾਈਏ। ਇਹਦੇ 2 ਹੀ ਤਰੀਕੇ ਪਿਆਰੇ, 2 ਤਰੀਕੇ। ਇੱਕ ਤਰੀਕਾ ਤੁਹਾਡੀ ਤਲਵਾਰ ਵਿੱਚ, ਤੁਹਾਡੀ ਤੋਪ ਵਿੱਚ, ਤੁਹਾਡੀਆਂ ਬੰਦੂਕਾਂ ਵਿੱਚ, ਤੁਹਾਡੇ ਜਹਾਜ਼ਾਂ ਵਿੱਚ ਪਾਵਰ ਚਾਹੀਦੀ, ਜਿਹੜੇ ਸਾਹਮਣੇ ਵਾਲਾ ਦੁਸ਼ਮਣ ਹੈ ਉਹਨੂੰ ਤੁਸੀਂ ਹਰਾ ਸਕੋ। ਤੇ ਦਿਮਾਗ ਨਾਲ ਸੋਚ ਕੇ, ਬਹਿ ਕੇ, ਵਿਚਾਰ ਕੇ ਵੇਖਣਾ ਕੀ ਤੁਹਾਡੀ ਤਲਵਾਰ ਵਿੱਚ, ਤੁਹਾਡੀਆਂ ਬੰਦੂਕਾਂ ਵਿੱਚ, ਤੁਹਾਡੀਆਂ ਤੋਪਾਂ ਵਿੱਚ, ਤੁਹਾਡੇ ਜਹਾਜ਼ਾਂ ਵਿੱਚ ਇਹ ਪਾਵਰ ਹੈ ਸਾਹਮਣੇ ਵਾਲੀ ਸਰਕਾਰ ਨੂੰ ਹਰਾ ਸਕੋ। ਨਹੀਂ ਤੇ ਜਿਹੜਾ ਕਾਨੂੰਨ ਬਣਿਆ ਹੋਇਆ ਉਸ ਕਾਨੂੰਨ ਦੇ ਮੁਤਾਬਕ ਚੱਲੋ। ਜਦੋਂ ਤੁਸੀਂ ਇਸ ਕਾਨੂੰਨ ਦੇ ਮੁਤਾਬਕ ਨਹੀਂ ਚੱਲੋਗੇ ਤੇ ਇਹ ਨੋਟ ਕਰ ਲੈਣਾ, ਫਿਰ ਤੁਹਾਨੂੰ ਮੁਸੀਬਤਾਂ ਦੇ ਵਿੱਚੋਂ ਦੀ ਨਿਕਲਣਾ ਪਵੇਗਾ। ਜੋ ਤੁਹਾਡੀ ਕੌਮ ਦਾ ਨੁਕਸਾਨ ਹੋਵੇਗਾ ਉਹ ਸਾਹਮਣੇ ਵਾਲੇ ਦੁਸ਼ਮਣ ਨੇ ਨਹੀਂ ਕੀਤਾ, ਉਹ ਤੁਹਾਡੀ ਭੁੱਲ ਨੇ ਕੀਤਾ, ਜਾਂ ਤੁਹਾਡੀ ਦੂਰਅੰਦੇਸ਼ੀ ਤੁਹਾਡੇ ਕੋਲੇ ਨਹੀਂ ਸੀ, ਤੁਹਾਡੇ ਕੋਲ ਲੀਡਰ ਇਸ ਲਾਇਕ ਨਹੀਂ ਸੀ ਜਿਹੜਾ ਇਹ ਸਾਰੀਆਂ ਗੱਲਾਂ ਨੂੰ ਵਿਚਾਰ ਨਹੀਂ ਸਕਿਆ। ਲਿਆ ਸਿਆਣਾ ਲੀਡਰ ਕੌਣ? ਸਾਰਿਆਂ ਨੂੰ ਪਹਿਲਾਂ ਸਾਹਮਣੇ ਵਾਲੇ ਦੀ ਤਾਕਤ ਨੂੰ ਪਛਾਣਦਾ ਹੈ। ਤਾਕਤ ਇਹਦੇ ਕੋਲੇ ਤਾਕਤ ਕਿੰਨੀ ਕੁ ਹੈ ਸਾਹਮਣੇ ਵਾਲੇ ਕੋਲੇ, ਫਿਰ ਆਪਦੀ ਤਾਕਤ ਨੂੰ ਵਿਚਾਰਦਾ ਆਪਣੇ ਕੋਲੇ ਤਾਕਤ ਕਿੰਨੀ ਹੈ। ਲਗਭਗ ਪਰ ਬਰਾਬਰ ਤਾਕਤ ਵੀ ਹੋਵੇ ਤੇ ਫਿਰ ਭਿੜਨ ਦਾ ਸਾਹਸ ਉਹਦੇ ਅੰਦਰ ਆਉਂਦਾ ਵੀ ਆਪਾਂ ਇਹਦੇ ਨਾਲ ਦੁਸ਼ਮਣ ਨਾਲ ਭਿੜ ਸਕਦੇ ਹਾਂ। ਹੁਣ ਪਾਕਿਸਤਾਨ ਬਿਲਕੁਲ ਕਿਉਂ ਬਹਿ ਗਿਆ? ਪਾਕਿਸਤਾਨ ਲੜਾਈ ਦੀ ਗੱਲ ਕਿਉਂ ਨਹੀਂ ਕਰ ਸਕਦਾ? ਕਿਉਂਕਿ ਬਿਲਕੁਲ ਖਤਮ ਹੋ ਗਿਆ, ਪੱਲੇ ਕੁਛ ਵੀ ਨਹੀਂ ਰਹਿ ਗਿਆ। ਹੁਣ ਹੱਥ ਵਿੱਚੋਂ ਸਾਰਾ ਕੁਝ ਖਿਸਕ ਗਿਆ। ਕਾਰਨ ਕੀ ਲੀਡਰ ਪਾਕਿਸਤਾਨ ਦੀ ਲੀਡਰਸ਼ਿਪ। ਸੋ ਸਾਨੂੰ ਲੀਡਰ ਕੌਣ ਚਾਹੀਦਾ? ਸਾਨੂੰ ਲੀਡਰ ਕੌਣ ਚਾਹੀਦਾ ਜਿਹਦੀ ਅਸੀਂ ਅਗਵਾਈ ਥੱਲੇ ਚੱਲ ਸਕੀਏ? ਗੁਰੂ ਗ੍ਰੰਥ ਸਾਹਿਬ ਜੀ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮੁਤਾਬਕ ਅਸੀਂ ਸਾਰੀ ਦੀ ਸਾਰੀ ਸਿੱਖ ਕੌਮ ਚੱਲ ਪਾਵਾਂਗੇ ਤੇ ਕਦੀ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਇੱਕ ਝੰਡੇ ਥੱਲੇ ਇਕੱਤਰ ਨਾ ਹੋਵੇ ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮੁਤਾਬਕ, ਇਹਦੇ ਅਕੀਦੇ ਮੁਤਾਬਕ ਆਪਣਾ ਬਿਲਕੁਲ ਖੁਸ਼ਹਾਲ, ਸ਼ਾਂਤੀ ਨਾਲ ਭਰਿਆ, ਸਕੂਨ ਨਾਲ ਭਰਿਆ
ਆਨੰਦਮਈ ਜੀਵਨ ਬਤੀਤ ਨਾ ਕਰ ਸਕੇ। ਕਦੀ ਸਵਾਲ ਹੀ ਪੈਦਾ ਨਹੀਂ ਹੁੰਦਾ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਥੱਲੇ ਆ ਕਰਕੇ ਆਪਣਾ ਸ਼ਾਂਤੀ ਦੇ ਨਾਲ ਜੀਵਨ ਬਤੀਤ ਨਾ ਕਰ ਸਕੇ, ਸੁੱਖ ਵਿੱਚ ਆਰਾਮ ਵਿੱਚ ਜੀਵਨ ਬਤੀਤ ਨਾ ਕਰ ਸਕੇ। ਸ਼ਾਂਤੀ, ਸਹਿਜ, ਸਬਰ, ਸੰਤੋਖ, ਸਮੇਂ ਨੂੰ ਭਾਪਣਾ, ਦੂਰਅੰਦੇਸ਼ੀ ਵਰਤਣੀ, ਕਿਸ ਕੰਮ ਵਿੱਚ ਸਾਡਾ ਲਾਇਆ ਹੈ ਤੇ ਕਿਸ ਕੰਮ ਵਿੱਚ ਸਾਡੀ ਕੌਮ ਦਾ ਨੁਕਸਾਨ ਹੈ, ਸਾਰਿਆਂ ਨੂੰ ਪਹਿਲਾਂ ਗਹਿਰਾਈ ਦੇ ਨਾਲ ਜਾ ਕੇ ਸੋਚਣਾ, ਬੜੀ ਡੂੰਘਾਈ ਵਿੱਚ। ਸੋ ਕਲਗੀਧਰ ਪਾਤਸ਼ਾਹ ਜੀ ਸਾਡੇ ਬੜੇ ਦੂਰਅੰਦੇਸ਼, ਬੜੇ ਹੀ ਬਹਾਦਰ ਯੋਧੇ, ਸਾਰੀ ਤਰ੍ਹਾਂ ਦਾ ਗਿਆਨ ਰੱਖਣ ਵਾਲੇ, ਸਾਰੀਆਂ ਭਾਸ਼ਾਵਾਂ ਦੇ ਮਾਂ ਪੰਡਤ ਆ। ਕੋਈ ਵੀ ਉਹਨਾਂ ਦਾ ਅੰਦਰੋਂ ਨਿਜਮ ਪੋੜ ਕੇ ਵੇਖ ਲਓ, ਉਹ ਹਰ ਕੰਮ ਵਿੱਚ ਪੂਰੇ ਸਨ ਕਲਗੀਧਰ ਪਾਤਸ਼ਾਹ। ਸੋ ਇਹ ਜਿਹੜੀ ਉਹਨਾਂ ਨੇ ਕਵਿਓਵਾਚ ਬੇਨਤੀ ਚੌਪਾਈ ਲਿਖੀ ਹੋਈ ਹੈ, ਚੌਪਾਈ ਸਾਹਿਬ, ਚੌਪਾਈ, ਇਹਦੇ ਉੱਤੇ ਸ਼ੰਕਾ ਕਰਨੀ ਸਾਡੀ ਮੂਰਖਤਾ ਹੈ। ਜਿਹੜਾ ਵੀ ਸਿੱਖ ਇਹਦੇ ਉੱਤੇ ਸ਼ੰਕਾ ਕਰਦਾ ਉਹ ਜਾ ਕੇ ਮੈਂ ਪਿਆਰ ਲੈ ਲਵਾਂਗਾ, ਤੇ ਪਿਆਰ ਗੁਰੂ ਦਾ ਕਿੱਥੋਂ ਮਿਲਣਾ ਜਦੋਂ ਗੁਰੂ ਦੇ ਬਚਨਾਂ ਉੱਤੇ ਅਸੀਂ ਸ਼ੰਕਾ ਕਰਾਂਗੇ। ਸੋ ਕਲਗੀਧਰ ਪਾਤਸ਼ਾਹ ਜੀ ਨੇ ਜੋ ਕੁਝ ਲਿਖਿਆ ਉਹਨੂੰ ਬੜੇ ਡੂੰਘੇ ਲੈਵਲ ਤੋਂ ਜਾ ਕੇ ਅੰਦਰੋਂ ਪੜਤਾਲ ਕੇ ਵੇਖੀਏ ਕਿ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਹੋ ਸਕਦੀ, ਕਿ ਇਹ ਬੋਲ ਜਿਹੜੇ ਉਹਨਾਂ ਨੇ ਲਿਖੇ ਕੀ ਉਹਨਾਂ ਦੇ ਬਰਾਬਰ ਦੇ ਹਨ, ਕੀ ਉਹਨਾਂ ਕਲਗੀਧਰ ਪਾਤਸ਼ਾਹ ਜੀ ਦੇ ਹਾਣੀ ਹਨ ਇਹ ਬੋਲ। ਜੇ ਕਲਗੀਧਰ ਪਾਤਸ਼ਾਹ ਜੀ ਦੇ ਹਾਣੀ ਨਹੀਂ ਤੇ ਫਿਰ ਆਪਾਂ ਇੱਕ ਸੈਕਿੰਡ ਵਿੱਚ ਆਖਦਾ ਹੋਵੇ ਇਹ ਬੋਲ ਕਲਗੀਧਰ ਪਾਤਸ਼ਾਹ ਜੀ ਦੇ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਦਾ ਰੁਤਬਾ, ਉਹਨਾਂ ਦੀ ਮਹਾਨਤਾ, ਉਹਨਾਂ ਦੀ ਦੂਰ ਅੰਦੇਸ਼ੀ, ਉਹਨਾਂ ਦਾ ਪ੍ਰਮਾਤਮਾ ਨਾਲ ਪਿਆਰ, ਉਹਨਾਂ ਦੀ ਬ੍ਰਹਮ ਗਿਆਨਤਾ, ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਤਰਾਜੂ ਵਿੱਚ ਰੱਖ ਕੇ, ਤੱਕੜੀ ਦੇ ਤਰਾਜੂ ਦੇ ਇੱਕ ਬੰਨੇ ਰੱਖ ਕੇ, ਤੇ ਦੂਜੇ ਬੰਨੇ ਜਦੋਂ ਅਸੀਂ ਇਸ ਉਹਨਾਂ ਦੇ ਬਚਨਾਂ ਨੂੰ ਰੱਖਾਂਗੇ, ਗੁਰਬਾਣੀ ਨੂੰ ਰੱਖਾਂਗੇ, ਬੋਲਾਂ ਨੂੰ ਰੱਖਾਂਗੇ, ਤੇ ਸਹੀ ਸਾਨੂੰ ਪਤਾ ਲੱਗ ਜਾਵੇਗਾ ਇਹ ਬੋਲ ਉਹਨਾਂ ਦੇ ਹੋ ਸਕਦੇ ਜਾਂ ਨਹੀਂ। ਤਾਂ ਵਿਚਾਰ ਕੇ ਵੇਖੀਏ, ਅਮਰੀ ਕਰੋ ਹੱਥ ਦੇ ਰੱਛਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਿੰਨੀ ਸ਼ਾਨਦਾਰ ਸ਼ੁਰੂ ਕੀਤੀ ਉਹਨਾਂ, ਕਿੰਨੀ ਸ਼ਾਨਦਾਰ ਵਾਹਿਗੁਰੂ ਜੀ ਦੇ ਨਾਲ ਸਿੱਧੀ ਅਟੈਚਮੈਂਟ, ਸਿੱਧੀ ਗੱਲ ਕਲਗੀਧਰ ਪਾਤਸ਼ਾਹ ਦੀ। ਉਹ ਵਾਹਿਗੁਰੂ ਜੀ ਨੂੰ ਕਹਿੰਦੇ ਮੇਰੇ ਮਾਲਕ ਜੀ ਮੇਰੀ ਕਿਰਪਾ ਕਰਕੇ ਰੱਖਿਆ ਕਰੋ, ਹੱਥ ਦੇ ਕੇ ਰੱਖਿਆ ਕਰੋ, ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ। ਆਪਾਂ ਕਿਉਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲੀਡਰ ਹੋਣ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਥੱਲੇ ਚੱਲ ਗਏ, ਜੋ ਕੁਝ ਗੁਰੂ ਜੀ ਕਹਿੰਦੇ ਅਸੀਂ ਇਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਦਈਏ। ਪੂਰਨ ਹੋਏ ਚਿੱਤ ਕੀ ਇੱਛਾ, ਤੁਹਾਡੇ ਚਿੱਤ ਦੀ ਕੀ ਇੱਛਾ ਹੈ? ਆਪਾਂ ਇੱਕੋ ਹੀ ਗੱਲ ਕਰਾਂਗੇ ਬਾਰ-ਬਾਰ। ਸਾਡਾ ਜਿਹੜਾ ਸਮਾਜ ਹੈ, ਜਿਸ ਸਮਾਜ ਵਿੱਚ ਰਹਿੰਦੇ, ਇਹ ਬਣ ਦੀ ਲੱਕੜ ਹੈ, ਕਿਸੇ ਦੀ ਸੋਚ ਕਿਵੇਂ ਦੀ ਤੇ ਕਿਸੇ ਦੀ ਸੋਚ ਕਿਵੇਂ ਦੀ, ਕੋਈ ਕੁਝ ਮੰਗਦਾ ਤੇ ਕੋਈ ਕੁਝ ਮੰਗਦਾ। ਤੁਹਾਡੇ ਮਨ ਦੀ ਇੱਛਾ, ਤੁਸੀਂ ਕੰਨ 'ਚ ਤੀ ਚਾਹੁੰਦੇ ਹੋ, ਦਿਮਾਗ ਵਿੱਚ ਛਾਂ ਚਾਹੁੰਦੇ ਹੋ, ਕੋਈ ਜ਼ਮੀਨ ਚਾਹੁੰਦੇ ਹੋ, ਕੋਈ ਜਾਇਦਾਦ ਚਾਹੁੰਦੇ ਹੋ, ਕਾਰੋਬਾਰਾਂ 'ਚ ਤਰੱਕੀਆਂ ਚਾਹੁੰਦੇ ਹੋ, ਵਧਣਾ ਫੁੱਲਣਾ ਚਾਹੁੰਦੇ ਹੋ, ਚਾਹੇ ਖਾਲਿਸਤਾਨ ਚਾਹੁੰਦੇ ਹੋ, ਤੁਸੀਂ ਚਾਹੁੰਦੇ ਕੀ? ਤੁਹਾਡੇ ਮਨ ਦੀ ਇੱਛਾ ਕੌਣ ਪੂਰੀ ਕਰੇਗਾ? ਵਾਹਿਗੁਰੂ ਜੀ ਨਿਰੰਕਾਰ। ਹਮਰੀ ਪੂਰਨ ਹੋਏ ਚਿੱਤ ਕੀ ਇੱਛਾ, ਜੋ ਤੁਹਾਡੇ ਚਿੱਤ ਵਿੱਚ ਹੈ, ਜੋ ਤੁਹਾਡੀ ਸੋਚ ਵਿੱਚ ਹੈ, ਜੋ ਤੁਹਾਡੀ ਵਿਚਾਰ ਵਿੱਚ ਹੈ। ਹੁਣ ਗਹਿਰਾਈ ਨਾਲ ਜਾ ਕੇ ਸੋਚਣਾ, ਧਿਆਨ ਨੂੰ ਇਕਾਗਰ ਕਰਕੇ ਸੋਚਣਾ। ਹੁਣ ਸਾਡੀ ਜੋ ਕੁਝ ਇੱਛਾ ਵਿੱਚ ਹੈ, ਜੋ ਸਾਡੇ ਮਨ ਵਿੱਚ ਹੈ, ਜੋ ਸਾਡੀ ਸੋਚ ਵਿੱਚ ਹੈ, ਕੀ ਉਹ ਸਾਡਾ ਆਪਣਾ ਮਨ ਹੈ? ਜੋ ਮਨ ਅਸੀਂ ਗੁਰੂ ਨੂੰ ਦੇ ਦਿੱਤਾ, ਸਾਡਾ ਮਨ ਗੁਰਮਤਿ ਦੇ ਅਨੁਸਾਰ ਸੋਚਣ ਲੱਗ ਪਿਆ, ਚੱਲਣ ਲੱਗ ਪਿਆ। ਜਾਂ ਜੇ ਤੁਸੀਂ ਗੁਰਮਤਿ ਨੂੰ ਜਾਣਦੇ ਹੀ ਨਹੀਂ, ਜਾਂ ਗੁਰਮਤਿ ਦੇ ਮੁਤਾਬਕ ਚੱਲਣ ਦਾ ਯਤਨ ਹੀ ਨਹੀਂ ਕੀਤਾ, ਤੇ ਆਪਣੇ ਮਨ ਦੇ ਮੁਤਾਬਕ, ਜਾਂ ਅਸੀਂ ਕਿਸੇ ਬਾਬੇ ਦੇ ਮੁਤਾਬਕ ਚੱਲ ਰਹੇ ਹਾਂ, ਤੇ ਜੋ ਤੁਹਾਡੇ ਮਨ ਵਿੱਚ ਇੱਛਾ ਹੈ ਕੌਣ ਪੂਰੀ ਕਰੇਗਾ? ਵਾਹਿਗੁਰੂ। ਤੇ ਉਹਨੂੰ ਜਿਹੜਾ ਫਲ ਲੱਗਣਾ, ਉਸ ਬੂਟੇ ਨੂੰ ਜੋ ਫਲ ਲੱਗਣਾ, ਉਹ ਪਿਆਰਿਓ ਫਿਰ ਕੌਣ ਡਿਸਾਈਡ ਕਰੇਗਾ? ਉਹ ਵੀ ਗੁਰੂ ਕਰੇਗਾ, ਗੁਰੂ। ਇਸ ਕਰਕੇ ਜੇ ਤੁਸੀਂ ਆਪਣੇ ਮਨ ਦੀ ਮੱਤ ਦੇ ਮੁਤਾਬਕ ਕੋਈ ਕੰਨ 'ਚ ਤੀ ਪ੍ਰਾਪਤ ਕਰ ਲਈ, ਮੰਗ ਲਈ, ਅਮਰੀ ਕਰੋ ਪੂਰਨ ਹੋਏ ਚਿੱਤ ਕੀ ਇੱਛਾ। ਤੁਹਾਡੇ ਚਿੱਤ ਵਿੱਚ ਹੈ ਸਾਡੇ ਕੰਨ 'ਚ ਤੀ ਹੋ ਜਾਵੇ, ਦਿਮਾਗ 'ਚ ਛਾਂ ਹੋ ਜਾਵੇ, ਤੁਹਾਨੂੰ ਕੋਈ ਕਈ ਤਰ੍ਹਾਂ ਦੇ ਕੌਤਕ ਵੇਖਿਆ ਦਿੜੀ ਪੈਰ ਉੱਠਦੇ ਹੋਣ ਤੇ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਫਿਰਦੇ ਹੋ, ਝੱਲੇ ਮਸਤਾਨੇ ਹੋ ਜਾਓ। ਤੁਹਾਡੇ ਮੰਗਦੇ ਜੋ ਮੰਗਿਆ ਉਹਨੇ ਤੁਹਾਨੂੰ ਦਿੱਤਾ, ਪਰ ਇਹ ਬ੍ਰਹਮ ਗਿਆਨਤਾ ਨਹੀਂ। ਬ੍ਰਹਮ ਗਿਆਨਤਾ ਦੀ ਪੂਰਨਤਾ ਦੀ ਮੋਹਰ ਕੌਣ ਲਾਣਗੇ? ਸਤਿਗੁਰੂ ਜੀ। ਤੁਹਾਡੇ ਅੰਦਰ ਕੀ ਚੱਲਦਾ ਹੋਣਾ ਚਾਹੀਦਾ? ਸੋਚ ਤੁਹਾਡੀ ਕਿਵੇਂ ਦੀ ਚਾਹੀਦੀ? ਤੁਹਾਡਾ ਮਨ ਮੰਗਦਾ ਕੀ ਹੋਵੇ? ਤੁਹਾਡੀ ਇੱਛਾ ਕੀ ਹੋਵੇ? ਉਹ ਤੁਹਾਡੀ ਇੱਛਾ ਨਾ ਹੋਵੇ। ਜੇ ਤੁਸੀਂ ਧਾਰਮਿਕ ਬਣਨਾ ਚਾਹੁੰਦੇ ਹੋ ਤੇ ਤੁਹਾਡੇ ਗੁਰੂ ਦੀ ਇੱਛਾ ਹੋਵੇ ਧਾਰਮਿਕ ਤੌਰ ਤੇ, ਤੁਸੀਂ ਬਿਲਕੁਲ ਅਗਵਾਈ ਨਹੀਂ ਕਰ ਸਕਦੇ ਧਰਮ ਦੀ ਦੁਨੀਆ।
ਅਗਵਾਈ ਧਰਮ ਦੀ ਦੁਨੀਆ, ਅਗਵਾਈ ਧਰਮ ਦੀ ਦੁਨੀਆ ਦੀ ਅਗਵਾਈ ਬਾਬੇ ਨਹੀਂ ਕਰ ਸਕਦੇ, ਬਿਲਕੁਲ ਹੀ ਨਹੀਂ ਕਰ ਸਕਦਾ। ਧਰਮ ਦੀ ਦੁਨੀਆ ਦੀ ਅਗਵਾਈ ਅਕਾਲ ਤਖਤ ਨਹੀਂ ਕਰ ਸਕਦਾ ਤੇ ਬਿਲਕੁਲ ਹੀ ਨਹੀਂ ਕਰ ਸਕਦਾ। ਧਰਮ ਦੀ ਦੁਨੀਆ ਦੀ ਅਗਵਾਈ ਕੌਣ ਕਰ ਸਕਦੇ? ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਧਾਰਮਿਕ ਤੌਰ ਤੇ ਕਿਵੇਂ ਦੇ ਹੋਈਏ? ਜਿਹੜਾ ਸਾਡਾ ਅੰਦਰ ਸੌਰ ਜਾਵੇ। ਕੌਣ ਅਗਵਾਈ ਕਰੇਗਾ? ਗੁਰੂ ਗ੍ਰੰਥ ਸਾਹਿਬ ਜੀ। ਤੇ ਪਿਆਰੇ, ਜੋ ਕੁਝ ਤੁਸੀਂ ਮੰਗੋਗੇ ਮਿਲੇਗਾ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮੁਤਾਬਕ। ਸ਼ੰਕਾ ਜਿਹੜੀ ਉਹ ਬਿਲਕੁਲ ਅੰਦਰੋਂ ਮਿਟਾ ਦਿਓ ਵੀ ਪਾਠ ਪੜ੍ਹੇ ਹੀ ਸਹਿਤ ਮਿਲਦਾ। ਜਿਹੜੇ ਨਹੀਂ ਪੜ੍ਹਦੇ ਉਹਨਾਂ ਦੀਆਂ ਵੀ ਰੋਟੀਆਂ ਚੱਲਦੀਆਂ। ਪੂਰਨ ਹੋਏ ਚਿੱਤ ਕੀ ਇੱਛਾ, ਜੋ ਸਾਡੇ ਚਿੱਤ ਵਿੱਚ ਹੈ ਉਹ ਪੂਰੀ ਕੌਣ ਕਰੇਗਾ? ਵਾਹਿਗੁਰੂ ਜੀ। ਤੇ ਫਿਰ ਕਦੀ ਵਾਹਿਗੁਰੂ ਜੀ ਨਾਲ ਅਟੈਚਮੈਂਟ ਬਣਾਈ, ਵਾਹਿਗੁਰੂ ਜੀ ਨਾਲ ਕਦੀ ਜੁੜੇ, ਵਾਹਿਗੁਰੂ ਜੀ ਨਾਲ ਕਦੀ ਗੱਲਬਾਤ ਚੱਲੀ, ਚਾਹੇ ਅਸੀਂ ਅੰਮ੍ਰਿਤ ਛਕਿਆ ਤੇ ਚਾਹੇ ਨਹੀਂ ਛਕਿਆ। ਪੁੱਛ ਕੇ ਵੇਖੋ ਆਪਣੇ ਆਪ ਨੂੰ, ਆਪਣੇ ਆਪ ਨੂੰ ਪੁੱਛ ਕੇ ਵੇਖੋ ਸਾਡੀ ਕੋਈ ਰੱਬ ਨਾਲ ਸਾਂਝ ਹੈ? ਤੇ ਜੇ ਤੇ ਤੁਹਾਡੀ ਕੋਈ ਰੱਬ ਨਾਲ ਸਾਂਝ, ਤੁਸੀਂ ਰੱਬ ਨਾਲ ਗੱਲਬਾਤ ਕਰਦੇ ਹੋ, ਕਦੀ ਰੱਬ ਨਾਲ ਬਹਿੰਦੇ ਹੋ, ਕਦੀ ਰੱਬ ਨਾਲ ਉੱਠਦੇ ਹੋ, ਕਦੀ ਰੱਬ ਨਾਲ ਅੰਦਰੇ ਸੋਚ ਹੀ ਸੋਚ ਕਰਕੇ ਚਾਹੇ ਨਿੱਕੀ ਮੋਟੀ ਵੀ ਗੱਲ ਕਰਦੇ ਹੋ ਤੇ ਫਿਰ ਤੁਹਾਡਾ ਪਾਠ ਪੜ੍ਹਨਾ ਵੀ, ਤੁਹਾਡਾ ਕੀਰਤਨ ਤੇ ਜਾਣਾ ਵੀ, ਤੁਹਾਡਾ ਗੁਰੂ ਘਰ ਆਉਣਾ ਵੀ ਪ੍ਰਵਾਨ। ਤੇ ਜੇ ਤੁਸੀਂ ਅਜੇ ਤੱਕ ਗੁਰੂ ਨਾਲ ਰੱਬ ਨਾਲ ਸਾਂਝ ਨਹੀਂ ਬਣਾਈ, ਵਾਹਿਗੁਰੂ ਜੀ ਨਾਲ ਸਾਂਝ ਨਹੀਂ ਬਣਾਈ, ਇਸ ਪਾਸੇ ਨੂੰ ਕਦਮ ਹੀ ਨਹੀਂ ਪੁੱਟਿਆ, ਫਿਰ ਚਾਹੇ ਜੋ ਮਰਜ਼ੀ ਕਰੀ ਜਾਓ। ਫਿਰ ਸਤਿਗੁਰੂ ਜੀ ਕਹਿੰਦੇ ਕਰਮ ਧਰਮ ਪਖੰਡ ਜੋ ਦੀਸਾ ਹੈ ਤਨ ਜਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਰ ਨਿਮਕ ਕੀਰਤਨ ਜਿਤ ਛੂਟੇ। ਇਹ ਆਸਾ ਸਾਡੇ ਅੰਦਰ ਦੀ ਚਾਹੀਦੀ। ਪੂਰਨ ਹੋਏ ਚਿੱਤ ਕੀ ਇੱਛਾ, ਇਹਨੂੰ ਖੋਲਣਾ ਪੈਂਦਾ। ਪਿਆਰਿਓ, ਤੁਹਾਡੇ ਚਿੱਤ ਵਿੱਚ ਕੀ ਹੈ ਇੱਛਾ, ਤੁਹਾਡੀ ਕੀ? ਤੇ ਜਦੋਂ ਅਸੀਂ ਗੁਰਮਤਿ ਨੂੰ ਪੁੱਛਾਂਗੇ, ਗੁਰੂ ਦੀ ਮੱਤ ਦੇ ਮੁਤਾਬਕ ਗੁਰੂ ਨੂੰ ਪੁੱਛਾਂਗੇ ਸਤਿਗੁਰੂ ਜੀ ਸਾਡੀ ਧਾਰਮਿਕ ਤੌਰ ਤੇ ਇੱਛਾ ਕੀ ਚਾਹੀਦੀ? ਸਵਾਲ ਹੈ। ਆਪਣੇ ਆਪ ਨੂੰ ਪੁੱਛ ਕੇ ਵੇਖਣਾ, ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਵੀ ਚੀਜ਼ ਨੂੰ ਪੁੱਛ ਕੇ ਵੇਖਣਾ, ਹਾਂ ਵੀ ਕਿੱਦਾਂ ਤੁਹਾਡੀ ਕੀ ਇੱਛਾ ਤੇ ਤੁਹਾਡੀ ਕੀ ਇੱਛਾ ਤੇ ਤੁਸੀਂ ਕੀ ਚਾਹੁੰਦੇ ਤੇ ਤੁਸੀਂ ਕੀ ਚਾਹੁੰਦੇ ਧਾਰਮਿਕ ਤੌਰ ਤੇ ਐ ਜੇ ਧਾਰਮਿਕ। ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਉਹਨੂੰ ਕਸਾ ਕੇ ਕਸਵੱਟੀ ਜਿਹੜੀ ਹੈ ਨਾ, ਕਸਵੱਟੀ ਉਹਦੇ ਤੇ ਲਾ ਕੇ ਵੇਖ ਲੈਣਾ। ਗੁਰੂ ਗ੍ਰੰਥ ਸਾਹਿਬ ਜੀ ਜੋ ਕੁਝ ਕਹਿੰਦੇ ਇਹਨਾਂ ਦੀ ਮੱਤ ਦੇ ਮੁਤਾਬਕ ਆਪਣੇ ਆਪ ਨੂੰ ਤੁਸੀਂ ਢਾਲ ਕੇ ਵੇਖ ਲੈਣਾ ਵੀ ਠੀਕ ਆ, ਅਸੀਂ ਇਹਦੇ ਤੇ ਉਤਰਦੇ ਹਾਂ। ਸੋ ਤੁਹਾਡੇ ਮਨ ਦੀ ਇੱਛਾ ਕਿਵੇਂ ਦੀ ਚਾਹੀਦੀ, ਤੁਸੀਂ ਸੋਚਦੇ ਕਿਵੇਂ ਦੇ ਚਾਹੀਦੇ ਧਾਰਮਿਕ ਤੌਰ ਤੇ, ਉਹ ਕੌਣ ਦੱਸੇਗਾ? ਗੁਰਬਾਣੀ। ਕੌਣ ਦੱਸੇਗਾ? ਗੁਰਬਾਣੀ। ਫਿਰ ਤੁਹਾਡੇ ਮਨ ਦੇ ਅੰਦਰ ਇੱਛਾ ਕੀ ਚਾਹੀਦੀ ਹੈ? ਪਰਮਾਤਮਾ ਦਾ ਨਾਮ ਮੰਗਣਾ, ਮੰਗਣ ਨਹੀਂ ਘਰ ਜਸ ਗੁਰ ਤੇ ਮੰਗਣਾ, ਵਾਹਿਗੁਰੂ ਜੀ ਦਾ ਜਸ ਗਾਉਣਾ ਤੇ ਉਹਦਾ ਨਾਮ ਜਪਣਾ ਧਾਰਮਿਕ ਤੌਰ ਤੇ। ਕੌਣ ਦੱਸੇਗਾ? ਤੁਹਾਡਾ ਗੁਰੂ। ਕੌਣ? ਗੁਰੂ ਗ੍ਰੰਥ ਸਾਹਿਬ। ਗਿਆਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਤੋਂ ਨਹੀਂ ਲੈਣਾ। ਜਿਹੜਾ ਵੀ ਬੰਦਾ ਤੁਹਾਡੇ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਜਾਂਦਾ ਹੋਵੇ, ਉਹਦੇ ਨਾਲ ਬੈਠਣਾ, ਉਹਦੇ ਨਾਲ ਵਿਚਾਰਾਂ ਕਰਨੀਆਂ। ਤੂੰ ਧਰਮ ਤੋਂ ਬਾਹਰ ਕਿਉਂ ਜਾ ਰਿਹਾ? ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਤੇ ਵਿਖਾ। ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਉਹ ਤੂੰ ਕਰ ਰਿਹਾ ਹੈ। ਆਪਣੇ ਆਪ ਨੂੰ ਬਾਬਾ ਖਵਾ ਰਿਹਾ ਹੈ, ਆਪਣੇ ਆਪ ਨੂੰ ਆਗੂ ਖਵਾ ਰਿਹਾ ਹੈ, ਆਪਣੇ ਆਪ ਨੂੰ ਲੀਡਰ ਖਵਾ ਰਿਹਾ। ਇਹ ਸਿੱਖ ਕੌਮ ਵਿੱਚ ਨਹੀਂ ਚੱਲਣਾ। ਸਿੱਖ ਧਰਮ ਵਿੱਚ ਤਾਂ ਗਵਾਹੀ ਚੱਲੇਗੀ ਤੇ ਚੱਲੇਗੀ ਗੁਰੂ ਗ੍ਰੰਥ ਸਾਹਿਬ ਦੀ। ਜਿਤਨਾ ਸਤਿਗੁਰੂ ਜੀ ਦੱਸਣਗੇ ਉਹਦੇ ਮੁਤਾਬਕ ਚੱਲਣਾ ਪੈਣਾ। ਤੇ ਜੇ ਤੂੰ ਨਹੀਂ ਚੱਲਦਾ, ਅਸੀਂ ਸਾਰੀ ਦੀ ਸਾਰੀ ਸਿੱਖ ਕਮਿਊਨਿਟੀ ਤੇਰਾ ਡਟ ਕੇ ਵਿਰੋਧ ਕਰਾਂਗੇ। ਪਰ ਅਸੀਂ ਤੇ ਪਿਆਰੋ ਆਪਦੇ ਬਾਬੇ ਬਣਾਏ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਗਿਆਨ ਹੈ ਉਹਦੇ ਬਿਲਕੁਲ ਬਰਖਲਾਫ ਖੜੇ ਹੋਏ ਹਾਂ ਤੇ ਆਪਦੇ ਬਾਬੇ ਦੇ ਹੱਕ ਵਿੱਚ। ਸਾਰੇ ਬਾਬੇ ਵਿੱਚ ਹੀ ਦਮਦਮੀ ਟਕਸਾਲ। ਕੋਈ ਵੀ ਨਹੀਂ, ਹੈ ਨਹੀਂ ਵੀ ਇੱਕ ਬਾਬਾ ਤੇ ਦੂਸਰਾ ਨਹੀਂ, ਸਾਰੇ ਹੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵੀ ਗੱਲ ਚੱਲਦੀ ਰਹਿੰਦੀ ਮੇਰੀ ਆਮ ਖਾਸ ਕਰਕੇ। ਸਾਡਾ ਬਾਬਾ ਇੱਕੋ ਹੀ ਹੈ। ਕੌਣ? ਗੁਰੂ ਗ੍ਰੰਥ ਸਾਹਿਬ ਜੀ। ਜੇਕਰ ਅਸੀਂ ਵਾਕਈ ਚਾਹੁੰਦੇ ਹਾਂ ਅਸੀਂ ਅੰਦਰੋਂ ਜਿਹੜਾ ਧਾਰਮਿਕ ਬਣੀਏ ਜਿੱਤੋਂ ਸਤਿਗੁਰੂ ਜੀ ਸਾਨੂੰ ਦੱਸਣ, ਤੇ ਫਿਰ ਜੋ ਗੁਰੂ ਸਾਨੂੰ ਮੱਤ ਦਿੰਦਾ ਹੈ ਉਹਦੇ ਮੁਤਾਬਕ ਸਾਨੂੰ ਚੱਲਣਾ ਪਵੇਗਾ। ਆਪਣੇ ਆਪਣੇ ਬਾਬਿਆਂ ਦੀ ਮੱਤ ਪਿੱਛੇ ਰੱਖਣੀ ਪਵੇਗੀ। ਸਿੱਖ ਕਮਿਊਨਿਟੀ, ਸਿੱਖ ਸਮਾਜ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨੂੰ ਮੰਨਦਾ ਨਹੀਂ ਤੇ ਜੋ ਕੁਝ ਗੁਰਮਤਿ ਕਹਿੰਦੀ ਉਹਦੇ ਮੁਤਾਬਕ ਚੱਲਦਾ ਨਹੀਂ, ਉਹਨਾਂ ਚਿਰ ਸਾਡੇ ਅੰਦਰ ਦਾ ਸਿੱਖ ਕੌਮ ਦੀ ਗੱਲ ਕਰਦੇ ਆਪਾਂ। ਸਾਡੇ ਅੰਦਰ ਦੀ ਜਿਹੜੀ ਦੁਬਦਾ ਹੈ ਇਹ ਖਤਮ ਨਹੀਂ ਹੋ ਸਕਦੀ। ਦੁਬਦਾ, ਇਸ ਦੁਬਦਾ ਘਰ ਬਹੁਤੇ ਗਾਲੇ। ਦੁਬਦਾ ਨਾ ਤੇ ਅਸੀਂ ਧਾਰਮਿਕ ਹਾਂ ਤੇ ਨਾ ਅਸੀਂ ਅਧਾਰਮਿਕ ਹੀ। ਅਸੀਂ ਜਿਹੜੇ ਧਾਰਮਿਕ ਬਣੇ ਹਾਂ ਆਪਣੀ ਸੋਚ ਦੇ ਮੁਤਾਬਕ, ਆਪਣੇ ਮਨ ਦੇ ਮੁਤਾਬਕ, ਆਪਣੇ ਵਿਚਾਰ ਦੇ ਮੁਤਾਬਕ ਤੇ ਜਾਂ ਆਪਣੇ ਬਾਬਿਆਂ ਦੀ ਮੱਤ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਜੀ ਦੀ ਮੱਤ ਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਅਜੇ ਢਾਲਣ ਵਿੱਚ ਕਾਮਯਾਬ ਨਹੀਂ ਹੋ ਪਾ ਰਹੇ। ਅੰਦਰੋਂ ਵਿਸ਼ਵਾਸ ਨਹੀਂ ਬਣਿਆ, ਅੰਦਰੋਂ ਸਰਧਾ ਨਹੀਂ ਬਣੀ, ਅੰਦਰੋਂ ਯਕੀਨ ਨਹੀਂ ਬਣਿਆ। ਜੋ ਕੁਝ ਗੁਰੂ ਜੀ ਕਹਿੰਦੇ
ਇਸ ਤਰ੍ਹਾਂ ਅਸੀਂ ਧਾਰਮਿਕ ਬਣ ਜਾਈਏ ਜਿਵੇਂ ਗੁਰੂ ਜੀ ਕਹਿੰਦੇ, ਸੱਚੀ ਮੁੱਚੀ ਪੜ੍ਹ ਕੇ ਕਿਸੇ ਦੀ ਗੱਲ ਤੇ। ਪਰ ਅਫਸੋਸ ਬੜਿਆਂ ਨਾਲ ਬਹਿ ਕੇ ਵੇਖ ਲਿਆ ਪਿਆਰ, ਬੜਿਆਂ ਨਾਲ ਹੀ ਬਹਿ ਕੇ ਵੇਖ ਲਿਆ, ਅੰਦਰੋਂ ਉਹ ਕੀੜਾ ਮਰਦਾ ਨਹੀਂ ਜਿਹੜਾ ਅੰਦਰ ਕੀੜਾ ਵੜਿਆ ਹੁੰਦਾ ਨਾ, ਉਹ ਪਲ ਰਿਹਾ ਤੇ ਵੱਡਾ ਹੋ ਗਿਆ। ਕਿਸੇ ਦਾ ਜਪਜੀ ਸਾਹਿਬ ਪੜ੍ਹਨ ਦਾ, ਕਿਸੇ ਦਾ ਪੰਜ ਬਾਣੀਆਂ ਦੇ ਨਿਤਨੇਮ ਕਰਨ ਦਾ ਜਿਹੜਾ ਕੀੜਾ ਅੰਦਰ ਵੜ ਗਿਆ, ਕਿਸੇ ਦਾ ਤੀਰਥਾਂ ਤੇ ਜਾਣ ਦਾ ਜਿਹੜਾ ਕੀੜਾ ਅੰਦਰ ਵੜ ਗਿਆ, ਉਹ ਮਰ ਨਹੀਂ ਰਿਹਾ। ਚਾਹੇ ਤੁਸੀਂ ਲੱਖ ਦਲੀਲਾਂ ਦੇ ਲਓ ਗੁਰਬਾਣੀ ਦੀਆਂ ਨਾ, ਉਹ ਨਹੀਂ ਪਿੱਛੇ ਹੁੰਦਾ। ਤੇ ਮੈਂ ਵੀ ਵੇਖਿਆ ਕੋਈ ਆਂਦੇ ਬੰਦੇ ਸਾਡੇ ਆਖੇ ਕੰਮ ਐ ਚੱਲਦੇ, ਤੇ ਫਿਰ ਜਦੋਂ ਰੁਕਦੇ ਉਹ ਸਾਰਾ ਕੁਝ ਕਰਕੇ ਵੇਖ ਲੈਂਦੇ ਜੋ ਕਰਨਾ ਹੈ। ਉਦੋਂ ਬਾਅਦ ਫਿਰ ਬਾਬੇ ਕਿਸੇ ਕੋਲੇ ਜਾਂਦੇ, ਬਾਬਾ ਜੀ ਦੱਸੋ ਜੀ, ਤੇ ਬਾਬਾ ਦਾ ਇੰਜ ਕਰੋ ਜੀ, ਉਹ ਵੀ ਅੱਗੋਂ ਪਾਠ ਕਰਨੀਆਂ ਹਦਾਇਤਾਂ ਦਿੰਦਾ। ਗੁਰੂ ਤੁਹਾਡਾ ਕਹਿੰਦਾ ਮਾਲਕ ਨਿਰੰਕਾਰ ਨਾਲ ਜੁੜੋ, ਚਿੰਤਾ ਛੱਡ ਦਿਓ, ਮੁੜ ਮਿਲਣਗੇ ਮੁੜ ਕੇ ਤੁਹਾਨੂੰ ਜੋ ਕੋਈ ਤੁਹਾਡੇ ਜੀਵਨ ਵਿੱਚ ਲਿਖਿਆ ਹੋਇਆ ਹੈ, ਸਹਿਜ ਸੁਭਾਈ ਮਿਲ ਜਾਣਾ। ਸੋ ਪੂਰਨ ਹੋਏ ਚਿੱਤ ਕੀ ਇੱਛਾ, ਤੁਹਾਡੇ ਚਿੱਤ ਵਿੱਚ ਕੀ ਚਾਹੀਦਾ। ਸਾਰਿਆਂ ਨੂੰ ਪਹਿਲਾਂ ਉਹ ਪੁੱਛਣਾ ਕਿਹਨੂੰ ਹੈ? ਸਤਿਗੁਰਾਂ ਨੂੰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਸਾਨੂੰ ਦੱਸਣਗੇ ਤੁਹਾਡੇ ਚਿੱਤ ਵਿੱਚ ਕੀ ਹੋਵੇ, ਤੁਹਾਡੇ ਮਨ ਵਿੱਚ ਕੀ ਹੋਵੇ। ਇਹ ਜੇ ਧਾਰਮਿਕ ਤੁਸੀਂ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ, ਤੁਹਾਡਾ ਮਨ, ਤੁਹਾਡੀ ਸੋਚ, ਤੁਹਾਡੀ ਬੁੱਧੀ, ਤੁਹਾਡੀ ਅਕਲ, ਸੋਚ ਕੀ ਰਹੀ ਹੋਵੇ। ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਕਿਹਾ ਪੂਰਨ ਹੋਏ ਚਿੱਤ ਕੀ ਇੱਛਾ, ਜੋ ਤੁਹਾਡੇ ਚਿੱਤ ਵਿੱਚ ਹੈ ਉਹ ਪੂਰਾ ਹੋ ਜਾਵੇਗਾ। ਜੇ ਤੁਹਾਡੇ ਚਿੱਤ ਵਿੱਚ ਇਹ ਕੰਨ 'ਚ ਕੀਮਤੀ ਹੋਈ ਤੇ ਪੂਰਾ ਹੋ ਜਾਏਗਾ। ਸਾਡੇ ਕੰਨ ਵਿੱਚ, ਸਾਡੇ ਚਿੱਤ ਵਿੱਚ ਕੀ ਚਾਹੀਦਾ ਹੈ? ਮਾਲਕ ਜੀ ਤੇਰੀ ਮਰਜ਼ੀ ਦੇ ਮੁਤਾਬਕ ਅਸੀਂ ਗੁਰਮੁਖ ਬਣ ਕਰਕੇ ਇਸ ਯਾਤਰਾ ਨੂੰ ਪੂਰੀ ਕਰ ਜਾਈਏ, ਸੱਚੀ ਮੁੱਚੀ ਅਸੀਂ ਪੂਰਨਤਾ ਤੱਕ ਦਾ ਸਫ਼ਰ ਕਰ ਲਈਏ। ਕਿੰਨਾ ਚਿਰ ਲੱਗੇ ਤੇਰੇ ਹੱਥ ਵਿੱਚ। ਸਾਨੂੰ ਕੋਈ ਕਾਹਲੀ ਨਾ ਹੋਵੇ, ਅਸੀਂ ਕੋਈ ਭੱਜ ਦੌੜ ਨਾ ਕਰੀਏ, ਅਸੀਂ ਕੋਈ ਪੰਡ ਪਾਉਣ ਦਾ ਯਤਨ ਨਾ ਕਰੀਏ, ਅਸੀਂ ਗੁਰਮਤ ਤੋਂ ਬਾਹਰ ਇੱਕ ਭੋਰਾ ਜਨਮ ਨਾ ਜਾਈਏ। ਜੋ ਗੁਰੂ ਜੀ ਸਾਨੂੰ ਕਹਿਣ ਉਹਦੇ ਮੁਤਾਬਕ ਚੱਲੀਏ, ਤੇ ਇਹਦੇ ਮੁਤਾਬਕ ਚੱਲਦਿਆਂ ਚੱਲਦਿਆਂ ਸਾਡੇ ਹੱਥ ਕੀ ਲੱਗੇਗਾ? ਪੂਰਨਤਾ। ਕੀ ਲੱਗੇਗੀ? ਬ੍ਰਹਮ ਗਿਆਨਤਾ। ਜੇ ਸਾਰੇ ਜਾਣੇ ਕਾਮਯਾਬ ਨਹੀਂ ਹੁੰਦੇ ਤੇ ਫਿਰ ਗਿਆਨ ਪ੍ਰਾਪਤ ਹੋਵੇਗਾ, ਸਾਨੂੰ ਕੋਈ ਅਗਿਆਨੀ ਨਹੀਂ ਬਣਾ ਸਕਦਾ, ਸਾਨੂੰ ਕੋਈ ਆਪਣੇ ਆਪਣੇ ਬਾਬੇ ਆਪਣੇ ਆਪਣੇ ਮਾਰਗ ਤੇ ਤੋਰ ਨਹੀਂ ਸਕਦੇ। ਸਾਨੂੰ ਸਿੱਖ ਕੌਮ ਵਿੱਚ, ਸਿੱਖ ਕਮਿਊਨਿਟੀ, ਸਿੱਖ ਜਮਾਤ, ਸਿੱਖ ਕੌਮ ਨੂੰ ਬਾਬੇ ਆਪਣੀ ਮੱਤ ਦੇ ਮੁਤਾਬਕ ਫਿਰ ਤੋਰ ਨਹੀਂ ਸਕਣਗੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਲੀਡਰ ਮੰਨ ਲਾਂਗੇ। ਤੁਸੀਂ ਬਾਬਿਆਂ ਕੋਲੇ ਜਾਓਗੇ, ਬਾਬੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਮਕਸਦ ਵਾਸਤੇ ਇਸਤੇਮਾਲ ਕਰ ਰਿਹਾ ਹੈ। ਬੜਿਆਂ ਬਾਬਿਆਂ ਕੋਲ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪਹਿਲਾਂ ਤੇ 101 ਪਾਠ ਹੁੰਦੇ ਸੀ, ਤੇ ਹੁਣ ਤੁਸੀਂ ਵੇਖੋਗੇ 1000 ਤੋਂ ਵੀ ਟੱਪੇ ਤੋਂ ਉਹਨਾਂ ਕਮਰੇ ਹੀ ਬੜੇ ਵੱਡੇ ਵੱਡੇ ਬਣਾ ਲਏ। ਉਹਦੇ ਪਿੱਛੇ ਕਾਰਨ ਕੀ ਹੈ? ਸਾਡੀ ਸੁਖਣਾ। ਤੁਸੀਂ ਇੱਕ ਹੱਥ ਦੇ ਤੇ ਇੱਕ ਹੱਥ ਲਾਇਆ, ਤੁਸੀਂ ਖੰਡ ਪਾਠ ਕਰਾਓ ਤੇ ਤੁਹਾਨੂੰ ਅਸੀਂ ਆ ਲੈ ਕੇ ਦਿੰਦੇ। ਸੋ ਸਾਡੇ ਮਨ ਦੀ ਸੋਚ ਕਿਵੇਂ ਦੀ ਚਾਹੀਦੀ? ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ, ਪੂਰਨ ਹੋਏ ਚਿੱਤ ਕੀ ਇੱਛਾ, ਤੇ ਸਾਡੇ ਮਨ ਦੀ ਇੱਛਾ ਕਿਵੇਂ ਦੀ ਹੋਵੇ। ਸਿੱਖ ਕੌਮ ਜਾਂ ਕੋਈ ਵੀ ਗੁਰੂ ਨਾਨਕ ਨਾਮ ਲੇਵਾ, ਗੁਰੂ ਨਾਨਕ ਨਾਮ ਲੇਵਾ ਸਿੱਖ ਅਸਲ ਦੇ ਵਿੱਚ ਧਾਰਮਿਕ ਕਦੋਂ ਹੋਵੇਗਾ? ਜਿਹਨੂੰ ਸਤਿਗੁਰੂ ਨਾਨਕ ਪਾਤਸ਼ਾਹ ਜੀ ਧਾਰਮਿਕ ਕਹਿ ਕੇ ਗਏ ਸਨ, ਕਰਮਕਾਂਡ ਚੋਂ ਬਾਹਰ ਕੱਢ ਕੇ, ਪਖੰਡ ਵਿੱਚੋਂ ਬਾਹਰ ਕੱਢ ਕੇ, ਸਹਿਜ ਵਿੱਚ ਲਿਆ ਕੇ। ਕੌਣ ਹੋਵੇਗਾ? ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਮੁਤਾਬਕ ਆਪਣੇ ਜੀਵਨ ਨੂੰ ਨਿਰਵਾਹ ਕਰੇਗਾ, ਆਪਣੇ ਜੀਵਨ ਨੂੰ ਜਿਉਵੇਗਾ। ਜੋ ਸਤਿਗੁਰੂ ਜੀ ਦੱਸਣਗੇ ਉਹਦੇ ਮੁਤਾਬਕ ਜਿਹੜਾ ਉਹ ਆਪਣਾ ਧਾਰਮਿਕ ਜੀਵਨ ਬਣਾ ਲਏਗਾ। ਸੋ ਕੱਲ ਨੂੰ ਆਪਾਂ ਇਹਦੇ ਉੱਤੇ ਵਿਚਾਰ ਕਰਾਂਗੇ। ਇਹ ਸਤਿਗੁਰੂ ਜੀ ਦੇ ਬੜੇ ਮਹਾਨ ਬੋਲ ਹਨ, ਚੌਪਈ ਸਾਹਿਬ। ਤੇ ਚੌਪਈ ਸਾਹਿਬ ਸ਼ੁਰੂ ਕਰਦੇ ਹੀ ਸਤਿਗੁਰੂ ਜੀ ਕਹਿੰਦੇ, ਹਮਰੀ ਕਰੋ ਹੱਥ ਦੇ ਰੱਛਾ ਦੇ ਪੂਰਨ ਹੋਏ ਚਿੱਤ ਕੀ ਇੱਛਾ। ਸਾਡੇ ਚਿੱਤ ਦੀ ਇੱਛਾ ਕਿਸ ਤਰ੍ਹਾਂ ਦੀ ਹੋਵੇ, ਉਹ ਡਿਸਾਈਡ ਕੌਣ ਕਰੇਗਾ? ਗੁਰੂ ਗ੍ਰੰਥ ਸਾਹਿਬ ਜੀ, ਕਿਉਂਕਿ ਸਾਡੇ ਗੁਰੂ ਹਨ, ਸਾਡੇ ਰਹਿਬਰ। ਜੇ ਤੇ ਅਸੀਂ ਇਹਨਾਂ ਨੂੰ ਗੁਰੂ ਮੰਨਦੇ, ਜੇ ਤੇ ਅਸੀਂ ਇਹਨਾਂ ਨੂੰ ਰਹਿਬਰ ਮੰਨਦੇ ਹਾਂ, ਤੇ ਫਿਰ ਜਿਹੜਾ ਜੀਵਨ ਧਾਰਮਿਕ ਸਾਡਾ ਹੋਵੇ, ਚਾਹੇ ਕੋਈ ਜਿਸ ਤਰ੍ਹਾਂ ਦਾ ਮਰਜ਼ੀ ਬੰਦਾ ਆ ਜਾਵੇ ਤੁਹਾਨੂੰ ਤੋੜਨ ਦਾ ਯਤਨ ਕਰੇ, ਕਿਸ ਤਰ੍ਹਾਂ ਦਾ ਮਰਜ਼ੀ ਬੰਦਾ ਆ ਜਾਵੇ ਤੇ ਤੁਹਾਨੂੰ ਤੋੜਨ ਦਾ ਯਤਨ ਕਰੇ, ਪਰ ਤੁਸੀਂ ਟੁੱਟ ਨਾ ਸਕੋ, ਗੁਰਮਤਿ ਤੋਂ ਪਾਸੇ ਨਾ ਜਾਓ, ਫਿਰ ਸਵਾਦ ਆਉਂਦਾ ਹੈ। ਫਿਰ ਅਸੀਂ ਕਹਿ ਸਕਦੇ ਹਾਂ ਅਸੀਂ ਵਾਕਈ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਸਿੱਖ ਹਾਂ। ਸੋ ਸੱਚੇ ਸਿੱਖ ਬਣਨ ਵਾਸਤੇ ਸਾਨੂੰ ਗੁਰਮਤਿ ਦੇ ਧਾਰਨੀ ਹੋਣਾ ਪਵੇਗਾ ਜੀ। ਵਾਹਿਗੁਰੂ ਜੀ